कुछ लोगों की राय ये आ कि जिहड़ा सर्व का $2,000 सरकार ने दिता वो लैके ये स्टूडेंट नज़ारे लुट रहे हैं। कोई इदां की चिंता वाली जां इदां की कोई गल नहीं है। दूजा सवाल इत्थे पैदा हुंदा कि हुण इन्हां दा बनना की है। बहुत सारे स्टूडेंट इत्थे वर्क परमिट उन्होंने मिल चुके हैं। वर्क परमिट तो बाद PR कदों होनी है? असी LMIA बारे भी गलबात की है, नहीं मंजूर हो रही हैं, कहा जा रहा इस तरह सुनने में आ रहा, जां जिहड़े उत्थे पढ़ चुके आ वो हुण इत्थे पंजाब दे विच आउणा उन्हां दा की बनना। ये टीम ग्रो होंदी गई दिन पर दिन, तो हुण साडी टीम दे विच तकरीबन 8,000 के नेड़े तेड़े स्टूडेंट प्लस उन्हां दे मापे जिहड़े कि पंजाब तो भी ने, इत्थों भी रहिंदे ने, जां वो बंदे जिहड़े कनेडा आउणा चाहुंदे ने वो जुड़े होए। जे कोरोना वायरस की गल की जाए, कोरोना वायरस दी जो मुख समस्यावां आईयां ने जदों तो स्टार्ट होया, ਤਾਂ ਉਹਨਾਂ ਦੇ ਵਿੱਚ ਫਾਈਨੈਂਸ਼ੀਅਲ ਸਮੱਸਿਆਵਾਂ ਵੀ ਸੀਗੀਆਂ ਕਿਉਂਕਿ ਜਿਹੜੇ ਸਟੂਡੈਂਟ ਸੀਗੇ ਉਹ ਜੌਬਾਂ ਤੋਂ ਲੇ ਆਫ ਹੋ ਗਏ ਸੀਗੇ, ਜੌਬਾਂ ਬਦਲੀਆਂ ਗਈਆਂ ਨੇ, ਜੌਬਾਂ ਜਿਹੜੀਆਂ ਅੱਗੇ ਫਿਜ਼ੀਕਲੀ ਹੁੰਦੀਆਂ ਸੀਗੀਆਂ ਉਹ ਵਰਕ ਫਰੋਮ ਹੋਮ ਹੋ ਗਈਆਂ, ਜਾਂ ਫਿਰ ਕਈਆਂ ਨੂੰ ਇਹ ਕਹਿ ਕੇ ਛੱਡਤਾ ਕਿ ਸਾਡੇ ਕੰਮ ਬੰਦ ਨੇ। ਰੈਸਟੋਰੈਂਟ ਜਿਵੇਂ ਤੁਸੀਂ ਗੱਲ ਕਰਕੇ ਰੈਸਟੋਰੈਂਟ ਬੰਦ ਹੋ ਗਏ। ਤੁਸੀਂ ਇਸ ਵੇਲੇ ਵਰਕ ਪਰਮਿਟ 'ਤੇ ਹੋ, ਤੁਹਾਡਾ ਕੀ ਫਿਊਚਰ ਆ, ਜਾਂ ਜਿਹੜਾ LMIA ਵਾਲਾ ਚੱਕਰ ਆ, ਇਹ ਸਾਰੇ ਕੁਝ ਦਾ ਇਹਨਾਂ ਸਟੂਡੈਂਟਸ 'ਤੇ ਕਿੰਨਾ ਕੁ ਅਸਰ ਪਿਆ? ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਇਮੀਗ੍ਰੇਸ਼ਨ ਦੀ। ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰੀਏ, ਉੱਥੋਂ ਜਿਵੇਂ ਸਟੂਡੈਂਟ ਸਟੱਡੀ ਪਰਮਿਟ ਮਿਲਦਾ, ਹੁਣ ਕਈ ਬੱਚਿਆਂ ਦੇ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਸਟੱਡੀ ਪਰਮਿਟ ਅਪਰੂਵਲ ਆਏ ਹੋਏ ਸੀ, ਉਹਨਾਂ ਨੇ ਫਲਾਈਟ ਚੜ੍ਹਨਾ ਸੀ ਇੱਥੇ। ਸੋ ਹੁਣ ਏਅਰਲਾਈਨਸ ਫਲਾਈਟ ਬੰਦ ਕਰਤੀਆਂ ਸਾਰੀਆਂ। ਇੱਥੇ ਉਹਨਾਂ ਦੀ ਫੀ ਭਰੀ ਹੋਈ ਸੀ ਕਾਲਜ 'ਚ, ਬਟ ਉਹ ਇੱਥੇ ਆ ਨਹੀਂ ਸਕਦੇ ਸੀ ਕਿਸੇ। ਸਾਨੂੰ ਟੀਮ ਵੀ ਇੰਸਟਾਗ੍ਰਾਮ 'ਤੇ ਵੀ ਸਾਨੂੰ ਬਹੁਤ ਮੈਸੇजेस ਆਉਂਦੇ ਰਹੇ ਇਹ ਚੀਜ਼ ਪਿੱਛੇ ਵੀ। ਓਕੇ, ਕਾਲਜ ਇੱਥੇ ਸ਼ੁਰੂ ਹੋ ਗਏ ਸੀ ਉਹਨਾਂ ਦੇ, ਕਾਲਜ ਕਹਿੰਦਾ ਵੀ ਤੁਸੀਂ ਔਨਲਾਈਨ ਪੜ੍ਹਾਈ ਕਰੋ ਇੰਡੀਆ ਬੈਠੇ। ਸੋ ਕੈਨੇਡੀਅਨ ਗਵਰਨਮੈਂਟ ਨੇ 50% ਤੱਕ ਔਨਲਾਈਨ ਸਟੱਡੀ ਇੱਥੇ ਅਪਰੂਵ ਕਰਤੀ ਸੀ। ਇਹਨਾਂ ਨੇ ਵੀ ਤੁਸੀਂ 50% ਤੱਕ ਆਪਦੀ ਪੜ੍ਹਾਈ ਔਨਲਾਈਨ ਪੂਰੀ ਕਰ ਸਕਦੇ ਹੋ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਅਸੀਂ ਸਟੂਡੀਓਜ਼ ਤੋਂ ਬਾਹਰ ਕਰ ਰਹੇ ਹਾਂ, ਸਰੀ ਦੇ ਵਿੱਚ ਬੀਅਰ ਕ੍ਰੀਕ ਪਾਰਕ। ਸਰੀ ਦੇ ਬੀਅਰ ਕ੍ਰੀਕ ਪਾਰਕ ਵਿੱਚ ਅਸੀਂ ਇਸ ਵੇਲੇ ਖੜ੍ਹੇ ਹਾਂ ਔਰ ਇੱਕ ਬੜੇ ਮਹੱਤਵਪੂਰਨ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈ। ਕੋਵਿਡ-19 ਨੇ ਸਾਰੇ ਕੁਝ ਨੂੰ ਪ੍ਰਭਾਵਿਤ ਕੀਤਾ। ਅਸੀਂ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਕਿੱਥੇ ਕੋਵਿਡ ਘਟ ਰਿਹਾ, ਕਿੱਥੇ ਵੱਧ ਰਿਹਾ, ਕਿੱਥੇ ਮੌਤਾਂ ਦੀ ਗਿਣਤੀ ਘਟ ਰਹੀ ਹੈ, ਪਰ ਰੋਜ਼ ਕੇਸ ਉਨੇ ਹੀ ਨਵੇਂ ਆ ਰਹੇ ਆ। ਕੱਲ੍ਹ ਅਸੀਂ ਗੱਲਬਾਤ ਕੀਤੀ ਸੀ ਕਿ ਇਹਨੇ ਆਰਥਿਕਤਾ ਨੂੰ ਕਿੱਦਾਂ ਪ੍ਰਭਾਵਿਤ ਕੀਤਾ ਅਤੇ ਔਰ ਉਹਦੇ ਵਿੱਚੋਂ ਕਿੱਦਾਂ ਬਾਹਰ ਆਇਆ ਜਾ ਸਕਦਾ, ਸਰਕਾਰ ਨੂੰ ਕੀ ਕਰਨਾ ਚਾਹੀਦਾ। ਅਸੀਂ ਕਿਉਂਕਿ ਸਾਡੀ ਖਾਸ ਕਰ ਪੰਜਾਬੀ ਕਮਿਊਨਿਟੀ, ਸਾਡਾ ਇੱਕ ਹਿੱਸਾ ਇੱਥੇ ਜਿਹੜਾ ਵੱਡਾ ਹਿੱਸਾ ਆ ਉਹ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਇੱਥੇ ਰਹਿ ਰਹੇ ਨੇ। ਇਹਨਾਂ ਸਟੂਡੈਂਟਸ ਬਾਰੇ ਜਾਣਨ ਦੇ ਵਿੱਚ ਉਤਸੁਕਤਾ ਸਿਰਫ ਸਾਡੇ ਵਿੱਚ ਜਾਂ ਸਟੂਡੈਂਟਸ ਦੇ ਵਿੱਚ ਹੀ ਨਹੀਂ ਹੁੰਦੀ। ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਆ, ਉਹ ਵਿਦਿਆਰਥੀ ਬੈਠੇ ਆ ਜਿਨ੍ਹਾਂ ਨੇ ਇੱਥੇ ਆਉਣਾ ਆ, ਉਹਨਾਂ ਦੇ ਵਿੱਚ ਵੀ ਇਹ ਉਤਸੁਕਤਾ ਇਸੇ ਤਰ੍ਹਾਂ ਰਹਿੰਦੀ ਆ। ਇਹ ਸਾਰੇ ਕੁਛ ਦੇ ਵਿੱਚ ਜਿੱਥੇ ਵੱਡੇ ਬਿਜ਼ਨਸ ਬੰਦ ਹੋ ਰਹੇ ਆ, ਜਿੱਥੇ ਵੱਡੇ ਸਟੋਰ ਬੰਦ ਹੋ ਰਹੇ ਆ, ਕਿੰਨੇ ਜਿਹੜੇ ਸਮਾਲ ਬਿਜ਼ਨਸ ਆ ਉਹ ਬੰਦ ਹੋ ਜਾਣੇ ਆ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਬੇਰੁਜ਼ਗਾਰੀ ਇੱਕ ਸਿਖਰ ਦੇ ਉੱਤੇ ਪਹੁੰਚ ਗਈ। ਇਸ ਸਮੇਂ ਦੇ ਵਿੱਚ ਇਹ ਵਿਦਿਆਰਥੀ ਕੀ ਕਰ ਰਹੇ ਆ? ਕੀ ਇਸ ਚੀਜ਼ ਦਾ ਇਹਨਾਂ ਦੇ ਉੱਤੇ ਵੀ ਕੋਈ ਪ੍ਰਭਾਵ ਪਿਆ? ਕੁਛ ਲੋਕ ਤਾਂ ਕਹਿੰਦੇ ਆ ਵੀ ਇਹ ਵਾਕਈ ਸੰਕਟ ਦੇ ਵਿੱਚ ਆ, ਜਿੱਥੇ ਚੰਗੇ ਨੌਕਰੀ ਵਾਲਿਆਂ ਦੀ ਬੱਸ ਹੋ ਗਈ, ਇੱਥੇ ਪੈਸੇ ਜਿਹੜੇ ਨਹੀਂ ਬਚੇ, ਇਹਨਾਂ ਸਟੂਡੈਂਟਸ ਵਿਚਾਰਿਆਂ ਦਾ ਤਾਂ ਕੀ ਬਣਨਾ ਜਿਹੜੇ ਕੁਛ ਘੰਟਿਆਂ ਦੇ ਉੱਤੇ ਕੰਮ ਕਰਦੇ ਸੀ। ਕੁਛ ਲੋਕਾਂ ਦੀ ਰਾਏ ਇਹ ਆ ਕਿ ਜਿਹੜਾ ਸਰਵ ਦਾ $2,000 ਸਰਕਾਰ ਨੇ ਦਿੱਤਾ ਉਹ ਲੈ ਕੇ ਇਹ ਸਟੂਡੈਂਟ ਨਜ਼ਾਰੇ ਲੁੱਟ ਰਹੇ ਆ। ਕੋਈ ਇੱਦਾਂ ਦੀ ਚਿੰਤਾ ਵਾਲੀ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਆ। ਦੂਜਾ ਸਵਾਲ ਇੱਥੇ ਪੈਦਾ ਹੁੰਦਾ ਕਿ ਹੁਣ ਇਹਨਾਂ ਦਾ ਬਣਨਾ ਕੀ ਹੈ। ਬਹੁਤ ਸਾਰੇ ਸਟੂਡੈਂਟ ਇੱਥੇ ਵਰਕ ਪਰਮਿਟ ਉਹਨਾਂ ਨੂੰ ਮਿਲ ਚੁੱਕਿਆ। ਵਰਕ ਪਰਮਿਟ ਤੋਂ ਬਾਅਦ PR ਕਦੋਂ ਹੋਣੀ ਹੈ? ਅਸੀਂ LMIA ਬਾਰੇ ਵੀ ਗੱਲਬਾਤ ਕੀਤੀ ਆ, ਨਹੀਂ ਮਨਜ਼ੂਰ ਹੋ ਰਹੀਆਂ, ਕਿਹਾ ਜਾ ਰਿਹਾ ਇਸ ਤਰ੍ਹਾਂ ਸੁਣਨ ਵਿੱਚ ਆ ਰਿਹਾ, ਜਾਂ ਜਿਹੜੇ ਉੱਥੇ ਪੜ੍ਹ ਚੁੱਕੇ ਆ ਉਹ ਹੁਣ ਇੱਥੇ ਪੰਜਾਬ ਦੇ ਵਿੱਚ ਆਉਣਾ, ਉਹਨਾਂ ਦਾ ਕੀ ਬਣਨਾ? ਉਹ ਕਦੋਂ ਆਉਣਗੇ, ਕਦੋਂ ਵੀਜ਼ੇ ਲੱਗਣਗੇ, ਕਦੋਂ ਫਲਾਈਟਾਂ ਸ਼ੁਰੂ ਹੋਣਗੀਆਂ? ਇਹ ਅਨਸਰਟਨਟੀ ਕੀ ਆ? ਇਹਨਾਂ ਦੇ ਵਰਕ ਐਕਸਪੀਰੀਅੰਸ ਦਾ ਕੀ ਬਣੂਗਾ? ਔਰ ਖ਼ਾਸ ਕਰਕੇ ਮੈਂਟਲ ਪ੍ਰੈਸ਼ਰ ਜਿਹੜਾ ਇਹਨਾਂ ਦੇ ਉੱਤੇ ਹੈਗਾ ਉਹ ਕੀ ਆ? ਉਹਦੇ ਵਿੱਚੋਂ ਇਹ ਕਿਸ ਤਰ੍ਹਾਂ ਮਹਿਸੂਸ ਕਰਦੇ ਆ? ਟੀਮ ਵੀ ਕੇਅਰ ਇੱਕ ਇਹੋ ਜਿਹੀ ਇਹਨਾਂ ਵਿਦਿਆਰਥੀਆਂ ਦੀ ਸੰਸਥਾ ਜਿਹਦੇ ਵਿੱਚ ਕੁਛ ਹੁਣ ਬਹੁਤ ਸਾਰੇ ਵਿਦਿਆਰਥੀ ਜਿਹੜੇ ਇਸ ਵੇਲੇ ਵਿਦਿਆਰਥੀ ਨੇ ਔਰ ਕੁਛ ਜਿਹੜੇ ਨੇ ਉਹ ਹੁਣ ਪੜ੍ਹ ਚੁੱਕੇ ਨੇ, ਕੁਛ ਨੇ PR ਲੈ ਲਈ ਆ ਔਰ ਕੁਛ ਜਿਹੜੇ ਵਰਕ ਪਰਮਿਟ 'ਤੇ ਆ, ਕੁਛ ਇਸ ਪ੍ਰੋਸੈਸ ਦੇ ਅੱਧ ਦੇ ਵਿੱਚ ਆ। ਇਹ ਸੰਸਥਾ ਬਣੀ ਹੈ, ਇਹਨਾਂ ਨੇ ਬਹੁਤ ਚੰਗੇ ਕੰਮ ਇਹਨਾਂ ਵਿਦਿਆਰਥੀਆਂ ਦੇ ਲਈ ਕੀਤੇ ਆ। ਅੱਜ ਉਹਨਾਂ ਦੇ ਕੁਛ ਮੈਂਬਰਸ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਗੱਲਬਾਤ ਕਰਨ। ਸੋ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਇਹ ਵਿਦਿਆਰਥੀ ਇੱਥੇ ਜਿਹੜੇ ਇਸ ਆਰਗੇਨਾਈਜੇਸ਼ਨ ਦੇ ਮੈਂਬਰ ਨੇ। ਅਰਵਿੰਦ ਸਿੰਘ ਜੀ ਸਾਡੇ ਨਾਲ ਨੇ, ਐਮਬਰੀਨ ਸਾਡੇ ਨਾਲ ਆ, ਲਵਪ੍ਰੀਤ ਸਾਡੇ ਨਾਲ ਆ, ਪਵਿੱਤਰ ਸਾਡੇ ਨਾਲ ਆ, ਅਤੇ
ਜਸਕਰਨ ਸਿੰਘ ਸਾਡੇ ਨਾਲ ਆ। ਇਹਨਾਂ ਦੇ ਨਾਲ ਅਸੀਂ ਇੱਕ ਇੱਕ ਕਰਕੇ ਅੱਜ ਇਹ ਜਿਹੜੇ ਮਸਲੇ ਆਏ ਵਿਚਾਰਦੇ ਹਾਂ, ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਤਾਂ ਕਿ ਬਾਕੀਆਂ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਇਹਨਾਂ ਦੀ ਸਥਿਤੀ ਕੀ ਹੈ, ਔਰ ਖਾਸ ਕਰ ਜਿਹੜੇ ਪੰਜਾਬ ਦੇ ਵਿੱਚ ਵਿਦਿਆਰਥੀ ਆ ਜਿਹੜੇ ਆਉਣਾ ਚਾਹੁੰਦੇ ਆ ਪੜ੍ਹਨ ਦੇ ਲਈ ਇੱਥੇ, ਉਹਨਾਂ ਨੂੰ ਕੋਈ ਰਸਤਾ ਮਿਲ ਸਕੇ, ਕੋਈ ਗਾਈਡੈਂਸ ਮਿਲ ਸਕੇ। ਸੋ ਜਸਕਰਨ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਸ਼ੁਰੂ ਕਰਦੇ ਹਾਂ। ਸਾਨੂੰ ਦੱਸੋਗੇ ਕਿ ਇਹ ਕਿਹੜੇ ਆਸਪੈਕਟ ਸੀਗੇ ਜਾਂ ਕਿਸ ਤਰ੍ਹਾਂ ਪ੍ਰਭਾਵ ਪਿਆ ਇਸ ਕੋਵਿਡ-19 ਦਾ ਇੱਥੋਂ ਦੇ ਵਿਦਿਆਰਥੀ ਜਾਂ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਪੱਕੇ ਹੋਣ ਦੇ ਵਿੱਚ ਹੈਗੇ ਆ? ਹਾਂਜੀ, ਸਭ ਤੋਂ ਪਹਿਲਾਂ ਤਾਂ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਸਾਰਿਆਂ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਟੀਮ ਵੀ ਕੇਅਰ ਅਸੀਂ ਕਿਉਂ ਫਾਰਮ ਕੀਤੀ ਤੇ ਕਿਵੇਂ ਫਾਰਮ ਕੀਤੀ। ਸਾਡਾ ਟੀਮ ਵੀ ਕੇਅਰ ਫਾਰਮ ਕਰਨ ਦਾ ਮੁੱਖ ਮਕਸਦ ਸੀਗਾ ਕਰਾਊਡ ਸੋਰਸਿੰਗ ਕਰਨੀ ਰਿਸੋਰਸਿਸ ਦੀ, ਤਾਂ ਜੋ ਸਟੂਡੈਂਟਾਂ ਨੂੰ ਜਾਂ ਜਿਹੜੇ ਨਵੇਂ ਆਉਂਦੇ ਨੇ ਉਹਨਾਂ ਨੂੰ ਸੈਟਲਮੈਂਟ ਸਰਵਿਸਿਜ਼ ਦੇ ਵਿੱਚ ਹੈਲਪ ਮਿਲ ਸਕੇ। ਸਾਡੇ ਜਦੋਂ ਅਸੀਂ ਟੀਮ ਫਾਰਮ ਕੀਤੀ ਸੀਗੀ ਤਾਂ 5 ਕੋਰ ਮੈਂਬਰ ਸੀਗੇ। ਅਰਵਿੰਦਰ ਸਿੰਘ ਕੰਗ, ਗੁਰਲੀਨ ਕੌਰ ਸਿੱਧੂ, ਪਵਿੱਤਰਜੀਤ ਸਿੰਘ ਸਿੱਧੂ, ਜਸ਼ਨਦੀਪ ਸਿੰਘ ਬਰਾੜ ਤੇ ਮੈਂ ਜਸਕਰਨ ਸਿੰਘ ਬੈਨੀਪਾਲ। ਉਸ ਤੋਂ ਬਾਅਦ ਇਹ ਟੀਮ ਗਰੋ ਹੁੰਦੀ ਗਈ ਦਿਨ ਪਰ ਦਿਨ, ਤੇ ਹੁਣ ਸਾਡੀ ਟੀਮ ਦੇ ਵਿੱਚ ਤਕਰੀਬਨ 8000 ਦੇ ਨੇੜੇ ਤੇੜੇ ਸਟੂਡੈਂਟ ਪਲੱਸ ਉਹਨਾਂ ਦੇ ਮਾਪੇ ਜਿਹੜੇ ਕਿ ਪੰਜਾਬ ਤੋਂ ਵੀ ਨੇ, ਇੱਥੋਂ ਵੀ ਰਹਿੰਦੇ ਨੇ, ਜਾਂ ਉਹ ਬੰਦੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ ਉਹ ਜੁੜੇ ਹੋਏ ਨੇ। ਉਹਨਾਂ ਦੇ ਦਿਨ ਪ੍ਰਤੀ ਦਿਨ ਕੋਈ ਨਾ ਕੋਈ ਸਵਾਲ, ਕੋਈ ਨਾ ਕੋਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦਾ ਅਸੀਂ ਆਪਦੇ ਪੂਰੇ ਐਫਰਟ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ, ਕਰੋਨਾ ਵਾਇਰਸ ਦੀਆਂ ਜੋ ਮੁੱਖ ਸਮੱਸਿਆਵਾਂ ਆਈਆਂ ਨੇ ਜਦੋਂ ਤੋਂ ਸਟਾਰਟ ਹੋਇਆ, ਤਾਂ ਉਹਨਾਂ ਦੇ ਵਿੱਚ ਫਾਈਨੈਂਸ਼ੀਅਲ ਸਮੱਸਿਆਵਾਂ ਵੀ ਸੀਗੀਆਂ, ਕਿਉਂਕਿ ਜਿਹੜੇ ਸਟੂਡੈਂਟ ਸੀਗੇ ਉਹ ਜੌਬਾਂ ਤੋਂ ਲੇ ਆਫ ਹੋ ਗਏ ਸੀਗੇ, ਜੌਬਾਂ ਬਦਲੀਆਂ ਗਈਆਂ ਸੀ। ਜੌਬਾਂ ਜਿਹੜੀਆਂ ਅੱਗੇ ਫਿਜ਼ੀਕਲੀ ਹੁੰਦੀਆਂ ਸੀਗੀਆਂ ਉਹ ਵਰਕ ਫਰੋਮ ਹੋਮ ਹੋ ਗਈਆਂ, ਜਾਂ ਫਿਰ ਕਈਆਂ ਨੂੰ ਇਹ ਕਹਿ ਕੇ ਛੱਡਤਾ ਕਿ ਸਾਡੇ ਕੰਮ ਬੰਦ ਨੇ। ਰੈਸਟੋਰੈਂਟ, ਜਿਵੇਂ ਤੁਸੀਂ ਗੱਲ ਕਰਕੇ ਹਟੋ, ਰੈਸਟੋਰੈਂਟ ਬੰਦ ਹੋ ਗਏ। ਤੇ ਅੱਗੇ ਇਹ ਚੀਜ਼ ਤੋਂ ਬਾਅਦ ਕੀ ਹੋਇਆ ਕਿ ਲੋਕਾਂ ਦੇ ਕੋਲ ਜਿਵੇਂ GIC ਸੀਗੀਆਂ ਉਹ ਡਰੇਨ ਹੋਣੀਆਂ ਸ਼ੁਰੂ ਹੋ ਗਈਆਂ। ਸਟਾਰਟਿੰਗ ਦੇ ਵਿੱਚ ਕੀ ਹੋਇਆ ਸੀਗਾ ਕਿ ਫੂਡ ਨਹੀਂ ਮਿਲ ਰਿਹਾ ਸੀ। ਉਸ ਤੋਂ ਬਾਅਦ ਜੇ ਅਗਲੀ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਦੀ, ਕਿ ਜਿਹੜੇ ਨਵੇਂ ਵਿਦਿਆਰਥੀਆਂ ਨੇ ਕੈਨੇਡਾ ਆਉਣਾ ਸੀ ਉਹਨਾਂ ਦੇ ਲਈ ਫਲਾਈਟਾਂ ਬੰਦ ਹੋ ਗਈਆਂ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਅੱਗੇ ਕੀ ਕਰੀਏ, ਕੁਛ ਨਿਸ਼ਚਿਤ ਜਿਹਾ ਨਹੀਂ ਸੀਗਾ ਸਾਰਾ ਜਿੰਨਾ ਵੀ ਸਿਸਟਮ ਚੱਲ ਰਿਹਾ ਸੀਗਾ। ਤੇ ਜਿਹੜੇ ਬੰਦੇ ਇੱਥੇ ਰਹਿੰਦੇ ਸੀ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਅਸੀਂ ਸਟੂਡੈਂਟ ਤੋਂ ਵਰਕ ਪਰਮਿਟ ਜਦੋਂ ਹੋਣਾ, ਜਿਵੇਂ ਹੁਣ ਵਰਕ ਪਰਮਿਟ ਦੇ ਵਿੱਚ ਇੱਕ ਆਉਂਦਾ ਹੁੰਦਾ ਫੈਕਟਰ ਕਿ ਸਟੂਡੈਂਟਾਂ ਦੇ ਜੋ ਫਿੰਗਰਪ੍ਰਿੰਟ ਹੁੰਦੇ ਨੇ, ਬਾਇਓਮੈਟ੍ਰਿਕਸ ਹੋਣੇ, ਜਿਹੜੇ ਬਾਇਓਮੈਟ੍ਰਿਕਸ ਹੋਣੇ ਸਰਵਿਸ ਕੈਨੇਡਾ ਦੇ ਵਿੱਚ ਉਹ ਬੰਦ ਪਏ ਨੇ। ਸੋ ਸਟੂਡੈਂਟਾਂ ਨੇ ਵਰਕ ਪਰਮਿਟ ਅਪਲਾਈ ਕਰਤੇ, ਪਰ ਉਹਨਾਂ ਨੂੰ ਵਰਕ ਪਰਮਿਟ ਹਜੇ ਤੱਕ ਮਿਲਿਆ ਨਹੀਂ, ਉਹਨਾਂ ਦਾ ਸਟੇਟਸ ਨਹੀਂ ਚੇਂਜ ਹੋਇਆ ਹੈਗਾ। ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਆਪਦੇ ਪਰਮਨੈਂਟ ਰੈਜ਼ੀਡੈਂਸ ਵਾਸਤੇ ਕੀ ਪ੍ਰੋਸੈਸ ਚੱਲਣਾ, ਕਿਵੇਂ ਚੱਲਣਾ, ਇਹ ਚੀਜ਼ਾਂ ਹੋ ਗਈਆਂ। ਇਹ ਸਾਰਾ ਕੁਝ ਜਦੋਂ ਇਕੱਠਾ ਹੋ ਜਾਂਦਾ, ਸਾਰਾ ਕੁਝ ਇਕੱਠਾ ਹੋ ਕੇ ਬਹੁਤ ਵੱਡਾ ਮੈਂਟਲ ਪ੍ਰੈਸ਼ਰ ਬਣਦਾ ਸਟੂਡੈਂਟਾਂ ਦੇ ਸਿਰ ਦੇ ਉੱਤੇ ਵੀ, ਉਹਨਾਂ ਦੇ ਮਾਪਿਆਂ ਦੇ ਸਿਰ ਦੇ ਉੱਤੇ ਵੀ ਜਿਹੜੇ ਪੰਜਾਬ ਬੈਠੇ ਨੇ। ਕਿਉਂਕਿ ਪੰਜਾਬ ਬੈਠੇ ਮੈਨੂੰ ਕਈ ਵਾਰੀ, ਜਾਂ ਹੋਰ ਵੀ ਸਾਰੇ ਟੀਮ ਮੈਂਬਰਾਂ ਨੂੰ ਜੋ ਵੀ ਵਲੰਟੀਅਰ ਨੇ, ਉਹਨਾਂ ਸਾਰਿਆਂ ਨੂੰ ਕਈ ਵਾਰੀ ਮੈਸੇजेस ਆਉਂਦੇ ਨੇ, ਜਾਂ ਕਈ ਵਾਰੀ ਘਰਦਿਆਂ ਦੇ ਮਾਂ-ਬਾਪ ਦੇ ਫੋਨ ਆਉਂਦੇ ਨੇ ਕਿ ਸਾਡੇ ਜਵਾਕ ਠੀਕ ਨੇ, ਇੱਥੇ ਦਾ ਮਾਹੌਲ ਕਿਵੇਂ, ਵੀ ਸਾਨੂੰ ਤਾਂ ਠੀਕ ਕਹਿੰਦੇ ਨੇ, ਕਿ ਉਹ ਸੱਚੀ ਠੀਕ ਨੇ, ਕਿ ਇੱਥੇ ਸਰਕਾਰ ਸੱਚੀ ਉਹਨਾਂ ਦੀ ਹੈਲਪ ਕਰ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਨੇ। ਵਿਚਾਰਗਿਰੀ ਦੀ ਗੱਲ ਨਹੀਂ ਹੈਗੀ ਕਿ ਉਹ ਵਿਚਾਰੇ ਨੇ, ਪਰ ਇਹ ਜ਼ਰੂਰ ਹੈ ਕਿ ਚਿੰਤਾ ਦਾ ਵਿਸ਼ਾ ਹੋ ਜਾਂਦਾ ਹੁੰਦਾ ਸਾਰੀਆਂ ਚੀਜ਼ਾਂ ਜਦੋਂ ਆਪਾਂ ਮਿਲਾ ਕੇ ਗੱਲ ਕਰਦੇ ਹਾਂ। ਬਿਲਕੁਲ, ਤੁਹਾਡੀ ਗੱਲ ਜਸਕਰਨ ਸਿੰਘ ਜੀ ਬਿਲਕੁਲ ਠੀਕ ਹੈ ਇਹ। ਔਰ ਜਿਹੜੀਆਂ ਮੁੱਖ ਤੌਰ 'ਤੇ ਤੁਸੀਂ ਸਮੱਸਿਆਵਾਂ ਦੱਸੀਆਂ ਕਿ ਇੱਕ ਤਾਂ ਫਾਈਨੈਂਸ਼ੀਅਲ ਜਿਹੜੀ ਸੀਗੀ ਆ ਕੰਮ ਚਲੇ ਗਿਆ, ਦੂਜੀ ਇਮੀਗ੍ਰੇਸ਼ਨ ਦੀ ਸਮੱਸਿਆ ਜਿਹੜੀ ਸੀਗੀ, ਤੀਜੀ ਗਰੋਸਰੀ ਜਾਂ ਫੂਡ ਦੀ ਜਿਹੜੀ ਸਮੱਸਿਆ ਸੀ, ਔਰ ਇੱਕ ਜਿਹੜੀ ਹੈਗੀ ਹੈ ਕਿ ਮੈਂਟਲ ਪ੍ਰੈਸ਼ਰ ਉਹਦੇ ਨਾਲ ਜਿਹੜਾ ਬਿਲਡ ਹੋ ਰਿਹਾ। ਅਸੀਂ ਇਹਨਾਂ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨਾ ਚਾਹੁੰਦੇ ਹਾਂ। ਪਵਿੱਤਰ ਸਿੰਘ ਜੀ, ਸਾਨੂੰ ਦੱਸਿਓ ਥੋੜ੍ਹਾ ਜਿਹਾ ਜਿਹੜੀ ਇਮੀਗ੍ਰੇਸ਼ਨ ਵਾਲਾ ਮਸਲਾ ਇਹਨਾਂ ਨੇ ਥੋੜ੍ਹਾ ਜਿਹਾ ਛੋਇਆ, ਉਹਦੇ ਵਿੱਚ ਐਕਚੁਅਲ ਕੀ ਪ੍ਰੋਬਲਮ ਸੀ, ਜਾਂ ਤੁਸੀਂ ਇਸ ਵੇਲੇ ਵਰਕ ਪਰਮਿਟ 'ਤੇ ਹੋ, ਤੁਹਾਡਾ ਕੀ ਫਿਊਚਰ ਆ, ਜਾਂ ਜਿਹੜਾ LMIA ਵਾਲਾ ਚੱਕਰ ਆ, ਇਹ ਸਾਰੇ ਕੁਝ ਦਾ ਇਹਨਾਂ ਸਟੂਡੈਂਟਸ 'ਤੇ ਕਿੰਨਾ ਕੁ ਅਸਰ ਪਿਆ? ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਇਮੀਗ੍ਰੇਸ਼ਨ ਦੀ। ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰੀਏ, ਉੱਥੋਂ ਜਿਵੇਂ ਸਟੂਡੈਂਟ ਸਟੱਡੀ ਪਰਮਿਟ ਮਿਲਦਾ। ਹੁਣ ਕਈ ਬੱਚਿਆਂ ਦੇ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਸਟੱਡੀ ਪਰਮਿਟ ਅਪਰੂਵਲ ਆਏ ਹੋਏ ਸੀ, ਉਹਨਾਂ ਨੇ ਫਲਾਈਟ ਚੜ੍ਹਨਾ ਸੀ ਇੱਥੇ। ਸੋ ਹੁਣ ਏਅਰਲਾਈਨਸ ਫਲਾਈਟ ਬੰਦ ਕਰਤੀਆਂ ਸਾਰੀਆਂ। ਇੱਥੇ ਉਹਨਾਂ ਦੀ ਫੀ ਭਰੀ ਹੋਈ ਸੀ ਕਾਲਜ 'ਚ, ਬਟ ਉਹ ਇੱਥੇ ਆ ਨਹੀਂ ਸਕਦੇ ਸੀ ਕਿਸੇ। ਸੋ ਉਹਨਾਂ ਦੇ ਮਨ 'ਚ ਬਹੁਤ ਤਰ੍ਹਾਂ ਦੇ ਸਵਾਲ ਸੀਗੇ। ਸਾਨੂੰ ਟੀਮ ਵੀ ਇੰਸਟਾਗ੍ਰਾਮ 'ਤੇ ਵੀ ਸਾਨੂੰ ਬਹੁਤ ਮੈਸੇजेस ਆਉਂਦੇ ਰਹੇ ਇਹ ਚੀਜ਼ ਪਿੱਛੇ ਵੀ। ਓਕੇ, ਕਾਲਜ ਇੱਥੇ ਸ਼ੁਰੂ ਹੋ ਗਏ ਸੀ ਉਹਨਾਂ ਦੇ, ਕਾਲਜ ਕਹਿੰਦਾ ਵੀ ਤੁਸੀਂ ਔਨਲਾਈਨ ਪੜ੍ਹਾਈ ਕਰੋ ਇੰਡੀਆ ਬੈਠੇ। ਸੋ ਕੈਨੇਡੀਅਨ ਗਵਰਨਮੈਂਟ ਨੇ 50% ਤੱਕ ਔਨਲਾਈਨ ਸਟੱਡੀ ਇੱਥੇ ਅਪਰੂਵ ਕਰਤੀ ਸੀ। ਇਹਨਾਂ ਨੇ ਵੀ ਤੁਸੀਂ 50% ਤੱਕ ਆਪਦੀ ਪੜ੍ਹਾਈ ਔਨਲਾਈਨ ਪੂਰੀ ਕਰ ਸਕਦੇ ਹੋ। ਸੋ ਪ੍ਰੋਬਲਮ ਕਿੱਥੇ ਆਉਂਦੀ ਸੀ ਵੀ ਇੰਡੀਆ ਬੈਠੇ ਉੱਥੇ ਅੱਜ ਤੱਕ ਆਪਾਂ ਸਾਰਿਆਂ ਨੇ ਕਾਲਜ ਜਾ ਕੇ ਜਾਂ ਸਕੂਲ ਜਾ ਕੇ ਪੜ੍ਹਾਈ ਕੀਤੀ ਆ। ਸੋ ਔਨਲਾਈਨ ਪੜ੍ਹਾਈ ਕਿਸੇ ਨੇ ਨਹੀਂ ਕੀਤੀ ਇੰਡੀਆ ਬੈਠਿਆਂ ਨੇ, ਕਿਸੇ ਨੇ ਵੀ। ਸੋ ਉਹਦੇ ਬੜੇ ਪ੍ਰੋਬਲਮ ਸੀਗੇ ਵੀ ਕਿਵੇਂ ਪੜ੍ਹਾਈ ਕੀਤੀ ਜਾਵੇ ਔਨਲਾਈਨ, ਸਾਰੇ ਅਸਾਈਨਮੈਂਟ ਸਾਰੀਆਂ ਔਨਲਾਈਨ ਜਾਂ ਕਲਾਸਿਸ ਅਟੈਂਡ ਕਰਨੀਆਂ। ਸੋ ਉਹਦੇ ਰਿਲੇਟਡ ਬਹੁਤ ਜ਼ਿਆਦਾ ਕੁਐਰੀਜ਼ ਆਈਆਂ ਸਾਨੂੰ ਸ਼ੁਰੂਆਤੀ ਦਿਨਾਂ 'ਚ। ਸੈਕਿੰਡ 'ਤੇ ਆਪਾਂ ਮੂਵ ਕਰਦੇ ਹਾਂ ਇੱਥੇ ਵਰਕ ਪਰਮਿਟ ਵਾਲਿਆਂ ਦੀ। ਹੁਣ ਕਈ ਕੇਸਿਸ ਇਹੋ ਜਿਹੇ ਸੀਗੇ ਵੀ ਜਿਨ੍ਹਾਂ ਦੇ 2 ਮਹੀਨੇ ਰਹਿ ਗਏ ਜਾਂ 3 ਮਹੀਨੇ ਰਹਿ ਗਏ, ਉਹਨਾਂ ਦਾ ਵਰਕ ਐਕਸਪੀਰੀਅੰਸ ਪੂਰਾ ਹੋ ਰਿਹਾ ਸੀਗਾ।
ਸਾਲ ਜਾਂ 2 ਸਾਲ ਦਾ ਜਿੰਨਾ ਵੀ ਆਪਣਾ ਫਾਈਲ ਲਾਉਣ ਵਾਸਤੇ ਚਾਹੀਦਾ ਹੁੰਦਾ। ਸੋ ਉਹ 1 ਜਾਂ 2 ਮਹੀਨਿਆਂ ਪਿੱਛੇ ਉਹਨਾਂ ਦੇ ਕੰਮ ਬੰਦ ਹੋ ਗਏ। ਉਹ ਸਾਰਾ ਐਕਸਪੀਰੀਅੰਸ ਉਹਨਾਂ ਦੀ ਸਾਲ ਦੀ ਮਿਹਨਤ ਜਾਂ 2 ਸਾਲ ਦੀ ਮਿਹਨਤ ਸਾਰੀ ਵੇਸਟ ਗਈ। ਸੋ ਉਹ ਕੰਮ ਬੰਦ ਹੋ ਗਏ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਲੈਟਰਸ ਮਿਲਦੀਆਂ ਹੁੰਦੀਆਂ ਵਰਕ ਤੋਂ ਉਹ ਨਹੀਂ ਮਿਲੀਆਂ, ਉਹ ਆਪਦੀ PR ਨਹੀਂ ਅਪਲਾਈ ਕਰ ਸਕਦੇ। ਸੋ ਉਹ ਕਿਤੇ ਨਾ ਕਿਤੇ ਉਹਦੇ ਨਾਲ ਮੈਂਟਲ ਪ੍ਰੈਸ਼ਰ ਬਿਲਡ ਅਪ ਹੋ ਗਿਆ। ਕੰਮ ਬੰਦ ਹੋ ਗਏ, PR ਵਾਲਾ ਸਿਸਟਮ ਖਰਾਬ ਹੋ ਗਿਆ ਉਹਨਾਂ ਦਾ, ਅਤੇ ਵਰਕ ਪਰਮਿਟ ਮਹੀਨੇ ਦਾ ਰਹਿ ਗਿਆ, 2 ਮਹੀਨੇ ਦਾ ਰਹਿ ਗਿਆ। ਉੱਧਰੋਂ ਵੀ ਬਹੁਤ ਪ੍ਰੋਬਲਮਸ ਆਈਆਂ। ਤੀਜੀ ਤੁਸੀਂ ਪੁੱਛਿਆ ਸੀਗਾ ਵੀ ਜਿਹੜੇ ਇੱਥੇ ਆਪਣਾ LMIA ਵਾਲੀ ਗੱਲ, ਹਾਂਜੀ LMIA ਦੀ ਵੀ ਜਿਵੇਂ ਹੁਣ ਰੀਸੈਂਟਲੀ ਡੇਜ਼ 'ਚ ਆਈਆਂ ਨਿਊਜ਼ ਆਈਆਂ ਜਿਵੇਂ ਵੀ ਕੈਨੇਡੀਅਨ ਗਵਰਨਮੈਂਟ ਹੌਲੀ ਹੌਲੀ ਕਲੋਜ਼ ਕਰਨ ਜਾ ਰਹੀ ਹੈ LMIA, ਬਿਕੋਜ਼ ਇੱਥੇ ਬਹੁਤ ਅਨਐਮਪਲੋਇਮੈਂਟ ਹੋ ਗਈ ਹੈ। ਸੋ ਬੇਸਿਕਲੀ LMIA ਦਾ ਹੁੰਦਾ ਕੀ ਹੈ ਵੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੁੰਦੀ ਹੈ ਵੀ ਜੇ ਇੱਥੇ ਕੰਮ ਹੀ ਨਹੀਂ ਹੈਗੇ ਤਾਂ ਆਪਾਂ ਫੋਰਨ ਤੋਂ ਮੰਗਾ ਸਕਦੇ ਹਾਂ। ਬਟ ਹੁਣ ਕੈਨੇਡੀਅਨ ਗਵਰਨਮੈਂਟ ਕਹਿੰਦੀ ਵੀ ਸਾਡੇ ਕੋਲ ਇੱਥੇ ਹੀ ਕੰਮ ਹੈਗੇ, ਅਸੀਂ ਬਾਹਰੋਂ ਵੀ ਸਾਨੂੰ ਲੋੜ ਨਹੀਂ ਹੈਗੀ ਇਸ ਟਾਈਮ 'ਤੇ। ਸੋ ਉਹਦੇ ਰਿਲੇਟਡ ਵੀ ਹਜੇ ਆਫੀਸ਼ੀਅਲ ਕੋਈ ਨਿਊਜ਼ ਨਹੀਂ ਆਈ। ਸੋ ਉਹਦੇ ਰਿਲੇਟਡ ਵੀ ਹਜੇ ਬਹੁਤ ਕੁਐਸਚਨਸ ਹੈ ਗਵਰਨਮੈਂਟ ਨੂੰ ਲੈ ਕੇ। ਸੋ ਇਹ ਕਾਫੀ ਕਨਫਿਊਜ਼ਨਸ ਬਣੀਆਂ ਹੋਈਆਂ ਇਮੀਗ੍ਰੇਸ਼ਨ ਦੇ ਰਿਲੇਟਡ। ਲਵਪ੍ਰੀਤ ਦੀ ਜਿਹੜਾ ਫੂਡ ਦਾ ਮਸਲਾ ਸੀ, ਕੁਛ ਗੁਰਦੁਆਰਾ ਸਾਹਿਬ ਦੇ ਵਿੱਚ ਗੱਲ ਚੱਲੀ ਵੀ ਇੱਥੇ ਜਿਹੜੇ ਲੰਗਰ ਹੋਣੇ ਚਾਹੀਦੇ ਜਾਂ ਸਟੂਡੈਂਟਸ, ਇਹ ਕੀ ਸਮੱਸਿਆ ਕੀ ਸੀ ਅਸਰ ਦੇ ਵਿੱਚ? ਫਾਈਨੈਂਸ਼ੀਅਲ ਸਮੱਸਿਆ ਸੀ, ਗਰੋਸਰੀ ਨਹੀਂ ਸੀ ਮਿਲ ਰਹੀ, ਜਾਂ ਤੁਸੀਂ ਇਹਦੇ ਵਿੱਚ ਮਦਦ ਕਰਨ ਦੇ ਲਈ ਕੀ ਕੁਛ ਇੱਦਾਂ ਦਾ ਐਫਰਟ ਕੀਤਾ? ਹਾਂਜੀ, ਪੈਂਡੈਮਿਕ ਦੇ ਦੌਰਾਨ ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਕੁਛ ਗਰੋਸਰੀ ਸਟੋਰ ਸੀਗੇ ਉਹ ਆਊਟ ਆਫ ਸਟਾਕ ਹੋ ਗਏ ਸੀਗੇ। ਐਂਡ ਮੋਰਓਵਰ ਅਤੇ ਬਹੁਤੇ ਜਿਹੜੇ ਸਟੂਡੈਂਟਸ ਤੇ ਨਿਊ ਕਮਰ ਸੀ ਉਹ ਗਵਰਨਮੈਂਟ ਫੰਡ ਲਈ ਐਲੀਜੀਬਲ ਨਹੀਂ ਸੀਗੇ, ਕਿਉਂਕਿ ਉਹ ਉਹਦੀਆਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦੇ ਸੀ। ਅਤੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਐਨਜ਼ਾਇਟੀ ਸੀਗੀ, ਬਿਕੋਜ਼ ਉਹ ਰਿਸੋਰਸਿਸ ਨੂੰ ਰੀਚ ਆਊਟ ਨਹੀਂ ਕਰ ਸਕਦੇ ਸੀ। ਅਤੇ ਸਾਡੇ ਕੋਲ ਵੀ ਰਿਕੁਐਸਟ ਆਈਆਂ ਇਹਦੀਆਂ। ਸੋ ਅਸੀਂ ਨੇ ਫਿਰ ਸਾਰਿਆਂ ਨੇ ਰਲ ਕੇ ਸੋਚਿਆ ਅਤੇ ਇੱਕ ਫੂਡ ਡਰਾਈਵ ਓਵਰਆਲ ਕੈਨੇਡਾ ਚਲਾਈ, ਜਿਹਦੇ ਵਿੱਚ ਅਸੀਂ ਨੇ ਤਕਰੀਬਨ 100+ ਗਰੋਸਰੀ ਪੈਕੇਜ ਸੀਗੇ ਜਿਹੜੇ ਡਿਲੀਵਰ ਕੀਤੇ ਓਵਰਆਲ ਕੈਨੇਡਾ। ਐਂਡ ਉਹਦੇ ਵਿੱਚ ਜਿਹੜੇ ਬੇਸਿਕ ਗਰੋਸਰੀ ਆਈਟਮ ਸੀ ਜਿਵੇਂ ਮਿਲਕ ਹੋ ਗਿਆ, ਸ਼ੂਗਰ ਹੋ ਗਿਆ, ਦਾਲਾਂ ਹੋ ਗਈਆਂ, ਆਟਾ ਹੋ ਗਿਆ, ਇਹ ਅਸੀਂ ਉਹਦੇ ਇੱਕ ਪੈਕੇਟ ਬਣਾਇਆ ਅਤੇ ਜਿੱਥੋਂ ਸਾਨੂੰ ਰਿਕੁਐਸਟ ਆਉਂਦੀ ਸੀ, ਸਟੂਡੈਂਟ ਸੀ, ਨਿਊ ਕਮਰ ਸੀਗੇ, ਅਸੀਂ ਉੱਥੇ ਡਿਲੀਵਰ ਕੀਤਾ। ਅਤੇ ਇਸ ਸਾਡੇ ਫੂਡ ਡਰਾਈਵ ਦੇ ਵਿੱਚ ਸਹਿਜਪਾਲ ਸਿੰਘ ਅਤੇ ਮਨਜਿੰਦਰ ਸਿੰਘ, ਲੱਭੀ ਸਿੰਘ ਅਤੇ ਐਂਡ ਤਲਜਿੰਦਰ ਸਿੰਘ ਸੀ, ਜਿਨ੍ਹਾਂ ਨੇ ਟੋਰਾਂਟੋ ਵਾਲੇ ਪਾਸੇ ਜਿਹੜੀ ਫੂਡ ਡਿਲੀਵਰ ਕੀਤਾ, ਗਰੋਸਰੀ ਡਿਲੀਵਰ ਕੀਤੀ ਹੈ। ਐਂਡ ਪੰਨੂ ਥਰਾ ਸੀਗੇ ਵਿਨੀਪੈਗ ਤੋਂ, ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਸੀਗਾ। ਸੋਰੀ, ਹਾਂਜੀ, ਇਹ ਸਾਰੇ ਸਾਡੀ ਇੱਕ ਟੀਮ ਸੀਗੀ। ਅਸੀਂ ਨੇ ਫੰਡ ਆਪਸ ਦੇ ਵਿੱਚ ਇਕੱਠਾ ਕੀਤਾ ਸੀਗਾ, ਬਾਹਰੋਂ ਅਸੀਂ ਕੋਈ ਵੀ ਡੋਨੇਸ਼ਨ ਨਹੀਂ ਲਈ ਸੀ ਇਹਦੀ। ਅਤੇ ਸੋ ਐਜ਼ ਅ ਟੀਮ ਅਸੀਂ ਨੇ ਇਹ ਰੋਲ ਪਲੇ ਕੀਤਾ ਸੀਗਾ ਗਰੋਸਰੀ ਡਿਲੀਵਰ ਕਰਨ ਦਾ, ਜਿਨ੍ਹਾਂ ਨੂੰ ਲੋੜਵੰਦ ਸੀਗੇ। ਐਮਰਿਨ, ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਜਿਹੜਾ ਇੱਕ ਇਹ ਸਾਰਾ ਕੁਛ ਸੀਗਾ ਇਹਦੇ ਵਿੱਚ ਬਿਨਾਂ ਸ਼ੱਕ ਕਿਤੇ ਨਾ ਕਿਤੇ ਇੱਕ ਮੈਂਟਲ ਪ੍ਰੈਸ਼ਰ ਸੀਗਾ, ਇਹਦਾ ਸਟੂਡੈਂਟਸ ਦੇ ਉੱਤੇ ਕੀ ਇੰਪੈਕਟ ਪਿਆ? ਜਾਂ ਘਰੋਂ ਦੂਰ ਆ, ਉਦਾਸ ਸੀ, ਜਾਂ ਕੁਛ ਨੂੰ ਲੱਗਦਾ ਸੀ ਵੀ ਇਹ ਤਾਂ ਫਨ ਕਰਦੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹਦਾ? ਕੀ ਸਿਚੁਏਸ਼ਨ ਕੀ ਸੀ ਅਸਲ 'ਚ? ਇਹਦੇ ਵਿੱਚ ਮੈਂ ਕਹੂੰਗੀ ਕਿ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ, ਕਈ ਵਿਆਹੇ ਹੋਏ ਵੀ ਆਉਂਦੇ ਨੇ, ਕਈ ਨੇ ਸਪਾਊਸਲ ਵੀਜ਼ਾ ਕੀਤਾ ਹੁੰਦਾ ਅਤੇ ਉਹ ਅੱਡ ਰਹਿ ਰਹੇ ਹੁੰਦੇ, ਉਹਦੇ ਕਰਕੇ ਕਿੰਨੀਆਂ ਟੈਨਸ਼ਨਸ ਹੁੰਦੀਆਂ, ਫਿਰ ਲੜਾਈਆਂ ਵੱਧਦੀਆਂ। ਅਤੇ ਜਿਹੜੇ ਇਕੱਠੇ ਇੰਟਰਨੈਸ਼ਨਲ ਸਟੂਡੈਂਟਸ ਵਿਆਹ ਹੋ ਕੇ ਇੱਥੇ ਰਹਿ ਰਹੇ ਨੇ, ਜੋਬਲੈਸਨੈਸ ਕਰਕੇ ਜਦੋਂ ਸਾਰੀਆਂ ਜੋਬਾਂ ਨਿਕਲ ਗਈਆਂ ਹੈ ਨਾ, ਆਪਾਂ ਘਰੇ ਬੈਠੇ ਹਾਂ, ਗੱਲਾਂ ਕਰਦੇ ਹਾਂ, ਤਾਂ ਟੈਨਸ਼ਨ ਹੋਰ ਵੱਧਦੀ ਆ। ਜਦੋਂ ਘਰ 'ਚ ਬੱਚਿਆਂ ਦਾ ਖਿਆਲ ਰੱਖਣਾ ਹੋਵੇ ਤਾਂ ਦੋਨੋਂ ਸਟੂਡੈਂਟਸ ਨੇ, ਇੱਕ ਸਟੂਡੈਂਟ ਨੇ ਇੱਕ ਦੀ ਜੋਬ ਨਿਕਲ ਗਈ, ਫਿਰ ਲੜਾਈਆਂ ਹੋਰ ਵੱਧਦੀਆਂ ਹੈਗੀਆਂ ਜਦੋਂ ਪੈਸਾ ਨਾ ਹੋਵੇ, ਫਾਈਨੈਂਸ਼ੀਅਲ ਹੋਵੇ। ਅਤੇ ਜਿਹੜੇ ਇਕੱਲੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਹੁੰਦੇ ਨੇ ਹੈ ਨਾ, ਪਹਿਲਾਂ ਆਪਾਂ ਕਾਲਜ ਜਾ ਕੇ ਇੰਨੇ ਲੋਕਾਂ ਨੂੰ ਮਿਲਦੇ ਹਾਂ, ਜਿਹੜੇ ਨਵੇਂ ਸਟੂਡੈਂਟ ਆਏ ਨੇ ਸਿੱਧਾ ਆ ਕੇ ਕਮਰੇ ਦੇ ਵਿੱਚ ਬੰਦ ਹੋ ਗਏ ਨੇ, ਕੋਈ ਮਿਲਣ ਨੂੰ ਹੈ ਨਹੀਂ, ਕੋਈ ਆਈਡੀਆ ਹੈ ਨਹੀਂ ਕਿੱਥੇ ਜਾ ਕੇ ਕੀ ਕਰਨਾ, ਕਿਹੜੀ ਜੋਬ ਅਪਲਾਈ ਕਰਨੀ ਹੈ, ਕਿੱਦਾਂ ਮਤਲਬ ਕੈਨੇਡਾ ਦੇ ਵਿੱਚ ਅਸਿਮੀਲੇਟ ਹੋਣਾ। ਜਿਹੜਾ ਪਹਿਲਾਂ ਈਜ਼ੀ ਹੁੰਦਾ ਸੀ, ਤੁਸੀਂ ਕਾਲਜ ਵਿੱਚ ਆਓ, ਫਰੈਂਡਸ ਬਣਾਓ, ਸਿੱਖੋ, ਅਤੇ ਘਰੇ ਬਹਿ ਕੇ ਫਿਰ ਉਹਨਾਂ ਨੂੰ ਐਂਗਜ਼ਾਇਟੀ, ਡਿਪਰੈਸ਼ਨ ਹੁੰਦਾ ਹੈ, ਸੋਚ ਕੇ ਕਿ ਘਰਦਿਆਂ ਨੇ ਸਾਰਾ ਆਪਣਾ ਹੈ ਨਾ ਸੇਫ ਪੈਸਾ ਕੀਤਾ ਕਿੰਨੇ ਸਾਲਾਂ ਤੋਂ, ਅਤੇ ਸਾਡੇ 'ਤੇ ਲਾਇਆ, ਅਤੇ ਹੁਣ ਪਤਾ ਨਹੀਂ ਕੀ ਹੋਣਾ। ਸੋ ਸਾਰਿਆਂ ਦੇ ਲਈ ਨਵੀਂ ਸਿਚੁਏਸ਼ਨ ਸੀਗੀ, ਪਰ ਇੰਟਰਨੈਸ਼ਨਲ ਸਟੂਡੈਂਟਸ ਦੇ ਪੇਰੈਂਟਸ ਦੇ ਆਪਣੇ ਲਈ ਆਪਣੀ ਇੰਨੀ ਅੱਛੀ ਹੈ ਨਾ ਪੇਰੈਂਟਸ ਨਾਲ ਬੌਂਡ ਹੁੰਦੀ ਹੈ, ਅਤੇ ਸਾਰਾ ਉਹਨਾਂ ਨੇ ਆਪਣੇ ਵਿੱਚ ਇਨਵੈਸਟ ਕੀਤਾ ਹੁੰਦਾ। ਤਾਂ ਆਈ ਥਿੰਕ ਬਹੁਤ ਸਾਰੇ ਲੋਕਾਂ ਨੇ, ਮੈਂ ਜੋ ਨੋਟਿਸ ਕੀਤਾ, ਜਿਹੜੇ ਈਵਨ ਯੰਗ ਕੁੜੀਆਂ ਆਉਂਦੀਆਂ ਨੇ ਹੈ ਨਾ, ਉਹਨਾਂ ਦਾ ਗੋਲ ਹੁੰਦਾ ਕਿ ਕਰੀਅਰ ਬਣਾਈਏ, ਕੁਛ ਕਰੀਏ, ਅਤੇ ਸਾਰੇ ਹੁਣ ਘਰੇ ਬੈਠੇ ਨੇ, ਉਹਨਾਂ ਕੋਲ ਕੋਈ ਆਈਡੀਆ ਹੈ ਨਹੀਂ ਕਿੱਥੋਂ ਕੀ ਹੈਲਪ ਕਰਨੀ ਹੈ, ਤਾਂ ਉਹਦੇ ਕਰਕੇ ਨੀਂਦ ਨਹੀਂ ਆਉਂਦੀ ਬਹੁਤ ਲੋਕਾਂ ਨੂੰ ਹੈ ਨਾ, ਅਤੇ ਉਹ ਘਰ ਫੋਨ ਕਰਦੇ ਨੇ, ਫਿਰ ਘਰਦਿਆਂ ਨੂੰ ਟੈਨਸ਼ਨ ਹੁੰਦੀ ਹੈ। ਸੋ ਆਲ ਓਵਰ ਉਹਨਾਂ ਦਾ ਘਰ ਦਾ ਮਾਹੌਲ ਵੀ, ਸਾਰਿਆਂ ਦੇ ਬੱਚਿਆਂ ਨੂੰ ਵੀ ਇੱਦਾਂ ਹੁੰਦਾ ਕਿ ਅਸੀਂ ਆਪਣੇ ਹੈ ਨਾ ਮਾਪਿਆਂ ਦਾ ਸਿਰ ਉੱਚਾ ਕਰਨਾ, ਪੜ੍ਹਨਾ ਵਧੀਆ ਕਰਨਾ। ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਕਰਕੇ ਕਾਫੀ ਸਟੂਡੈਂਟਸ ਨੂੰ ਮੈਂ ਦੇਖਿਆ ਰੀਚ ਆਊਟ ਕੀਤਾ, ਜਿਨ੍ਹਾਂ ਨੂੰ ਮੈਂਟਲ ਹੈਲਥ ਇਸ਼ੂਜ਼ ਹੈ, ਡਿਪਰੈਸ਼ਨ ਹੈ, ਨੀਂਦ ਨਹੀਂ ਆਉਂਦੀ, ਜਾਂ ਇਕੱਲਾ ਫੀਲ ਕਰਦੇ ਨੇ ਕਿ ਉਹਨਾਂ ਦਾ ਕੋਈ ਸਪੋਰਟ ਹੈ ਨਹੀਂ ਸੀ। ਕੈਨੇਡਾ ਕੁਝ ਸੋਚ ਕੇ ਆਏ ਸੀ ਕਿ ਇੱਕਦਮ ਹੈ ਨਾ ਸਾਰਾ ਖਰਾਬ ਹੋ ਗਿਆ।
ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਫਰੰਟ ਲਾਈਨ ਵਰਕਰਸ ਦੇ ਵਿੱਚ ਮੈਂ ਕਹਿਣਾ ਚਾਹੁੰਦੀ ਸੀ ਕਿ ਸਟੂਡੈਂਟਸ ਇੰਨੇ ਐਸੈਂਸ਼ੀਅਲ ਹੈਗੇ ਆ ਕੈਨੇਡਾ ਦੇ ਹੈ ਨਾ ਇਕੋਨਮੀ ਦੇ ਵਿੱਚ ਕਿ ਜਿੱਥੇ ਵੀ ਮੈਂ ਜਾਂਦੀ ਸੀਗੀ ਮੈਂ ਦੇਖਦੀ ਸੀ ਜਿਹੜੇ ਸਿਕਿਉਰਿਟੀ ਵਾਲੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਜਦੋਂ ਆਪਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਨੂੰ ਹੈ ਨਾ $2000 ਮਿਲਣਗੇ ਕਿ ਨਹੀਂ, ਸਾਰਿਆਂ ਨੇ ਉਸ ਟਾਈਮ ਤੇ ਜਾ ਕੇ ਫਰੰਟ ਲਾਈਨ ਜੌਬਸ ਦਿੱਤੀਆਂ, ਚਾਹੇ ਉਹ ਡਰਦੇ ਹੋਣ ਕੋਵਿਡ ਦੇ ਲਈ ਡਰਦੇ ਹੋਣ ਹੈ ਨਾ। ਤੇ ਉਹਦੇ ਕਰਕੇ ਵੀ ਬਹੁਤ ਇਸ਼ੂਜ਼ ਆਏ ਨੇ ਕਿ ਓਬਵੀਅਸਲੀ ਉਹਨਾਂ ਨੂੰ ਜੌਬ ਤਾਂ ਚਾਹੀਦੀ ਸੀਗੀ ਪਰ ਉਹਨਾਂ ਨੂੰ ਕੋਵਿਡ ਬਾਰੇ ਵੀ ਡਰ ਲੱਗਦਾ ਸੀ, ਪਰ ਉਹਨਾਂ ਕੋਲ ਕੋਈ ਚੋਇਸ ਨਹੀਂ ਸੀਗੀ। ਤੇ ਸਾਰਿਆਂ ਨੇ ਜਾ ਕੇ ਅੱਗੇ ਜਾ ਕੇ ਕੰਮ ਕੀਤਾ ਭਾਵੇਂ ਬਿਮਾਰ ਹੋਣ ਨਾ ਹੋਣ ਹੈ ਨਾ। ਸੋ ਆਈ ਥਿੰਕ ਇਹ ਵੀ ਬਹੁਤ ਪ੍ਰੈਸ਼ਰ ਆਇਆ ਸੀਗਾ ਕਿ ਅਸੀਂ ਕੋਵਿਡ ਤੋਂ ਡਰੀਏ ਕਿ ਅਸੀਂ ਪੈਸਾ ਕਮਾਈਏ, ਰਾਈਟ। ਸੋ ਆਈ ਥਿੰਕ ਇਹਦੇ ਕਰਕੇ ਕਾਫੀ ਪ੍ਰੋਬਲਮਸ ਆਈਆਂ ਸੀਗੀਆਂ। ਆਈ ਥਿੰਕ ਇਹ ਕੋਵਿਡ ਕਰਕੇ ਬਹੁਤ ਔਖਾ ਹੋਇਆ, ਨਾਟ ਜਸਟ ਇੰਟਰਨੈਸ਼ਨਲ ਸਟੂਡੈਂਟ, ਸਾਰੀ ਦੁਨੀਆ ਦੇ ਵਿੱਚ ਸਾਰੇ ਘਰ ਦੇ ਵਿੱਚ ਬੈਠ ਕੇ ਇਹਨਾਂ ਨੂੰ ਇੰਨਾ ਔਖਾ ਹੈ ਕਿ ਤੁਸੀਂ ਆਪਾਂ ਕਿਹਦੇ ਨਾਲ ਗੱਲ ਕਰੀਏ ਹੈ ਨਾ। ਕੋਈ ਨਵੇਂ ਫਰੈਂਡਸ ਨਹੀਂ ਬਣਦੇ, ਜਿਹੜੇ ਨਵੇਂ ਲੋਕੀ ਆਉਂਦੇ ਨੇ ਹੈ ਨਾ, ਮੇਬੀ ਇੱਕ ਦੋ ਲੋਕਾਂ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਹੈ ਨਾ। ਫਿਰ ਸੋਲੂਸ਼ਨ ਇਹੀ ਹੁੰਦਾ ਕਿ ਉਹਨਾਂ ਨੂੰ ਰੀਚ ਆਊਟ ਕਰਨਾ ਚਾਹੀਦਾ ਹੈ ਨਾ। ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀ ਹੈਲਪਲਾਈਨਸ ਹੁੰਦੀਆਂ, ਈਵਨ ਜਿੱਦਾਂ ਮੈਂ ਵੂਮਨ ਸੈਂਟਰ ਦੇ ਵਿੱਚ ਕੰਮ ਕਰਦੀ ਹਾਂ, ਬਹੁਤ ਸਾਰੇ ਇੰਟਰਨੈਸ਼ਨਲ ਕੁੜੀਆਂ ਨੇ ਰੀਚ ਆਊਟ ਕੀਤਾ, ਭਾਵੇਂ ਉਹਨਾਂ ਦੇ ਕੋਈ ਮੈਰਿਟਲ ਪ੍ਰੋਬਲਮਸ ਹੋਣ, ਟੈਨਸ਼ਨਸ ਹੋਣ, ਫਾਈਨੈਂਸਿਸ ਹੋਣ ਹੈ ਨਾ, ਬੱਚਿਆਂ ਦੇ ਲਈ ਗਰੋਸਰੀ ਲੈਣੀ ਹੋਵੇ ਜਾਂ ਕੁਛ ਵੀ ਉਹਨਾਂ ਦੇ ਘਰ 'ਚ ਲੜਾਈ ਹੋਈ ਹੋਵੇ ਹੈ ਨਾ, ਉਹਦੇ ਵਿੱਚ ਵੀ ਹੈਲਪ ਕਰਨਾ ਚਾਹੀਦਾ। ਤਾਂ ਆਈ ਥਿੰਕ ਸਾਰੇ ਸਟੂਡੈਂਟਸ ਨੂੰ ਰੀਚ ਆਊਟ ਕਰਨਾ ਚਾਹੀਦਾ, ਆਪਣੇ ਘਰਦਿਆਂ ਨਾਲ ਗੱਲ ਕਰੋ, ਜਿੱਦਾਂ ਸਾਡੇ ਵਰਗੀ ਟੀਮ ਵੀ ਕੇਅਰ ਨੂੰ ਹੈ ਨਾ, ਥੋੜ੍ਹੀ ਰਿਸਰਚ ਕਰੋ, ਸਾਨੂੰ ਮਿਲੋ ਅਤੇ ਸਾਨੂੰ ਈਮੇਲ ਕਰੋ, ਮੈਸੇਜ ਕਰੋ, ਸੋ ਦੈਟ ਵੀ ਕੈਨ ਹੈਲਪ ਯੂ। ਜੇ ਤੁਸੀਂ ਇੰਡੀਆ ਪੰਜਾਬ ਦੇ ਵਿੱਚ ਵੀ ਹੈਗੇ ਹੋ, ਵੀ ਕੈਨ ਪ੍ਰੋਵਾਈਡ ਯੂ ਇਨਫੋਰਮੇਸ਼ਨ, ਵੀ ਕੈਨ ਪ੍ਰੋਵਾਈਡ ਯੂ, ਜਿੱਦਾਂ ਹੁਣ ਤੁਸੀਂ ਕੋਈ ਮੈਂਟਲ ਹੈਲਥ ਇਸ਼ੂ ਐਂਗਜ਼ਾਇਟੀ ਹੈ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਮੈਂ ਉਹਨਾਂ ਨਾਲ ਗੱਲ ਕਰ ਸਕਦੀ ਹਾਂ ਕਿ ਕਿੱਦਾਂ ਫੀਲ ਕਰਦੇ, ਨੀਂਦ ਨਹੀਂ ਆਉਂਦੀ, ਕੀ ਪ੍ਰੈਸ਼ਰਸ ਹੈਗੇ, ਰਾਈਟ। ਸੋ ਆਈ ਥਿੰਕ ਜਸਟ ਰੀਚ ਆਊਟ, ਜਿੱਦਾਂ ਸਾਡੀ ਆਰਗੇਨਾਈਜੇਸ਼ਨ ਵਾਂਗੂ ਵੀ ਬਹੁਤ ਸਾਰੇ ਸਟੂਡੈਂਟਸ ਆਰਗੇਨਾਈਜੇਸ਼ਨ ਹੈ ਜਿਹੜੀ ਹੈਲਪ ਕਰਦੇ ਨੇ। ਰਵਿੰਦਰਪਾਲ ਸਿੰਘ ਜੀ, ਜਿਹੜਾ ਟੀਮ ਵੀ ਕੇਅਰ ਆ ਇਹਦਾ ਤੁਸੀਂ ਇੱਕ ਮਤਲਬ ਬੜਾ ਵਧੀਆ ਕਮਿਊਨੀਕੇਸ਼ਨ ਦਾ ਵੇ ਬਣਾਇਆ, ਖਾਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇੱਕ ਇੱਥੋਂ ਦੇ ਪੁਰਾਣੇ ਆਏ ਪੱਕੇ ਜਾਂ ਜਿਹੜੇ ਇੱਕ ਸਟੂਡੈਂਟਸ ਆ, ਕਿਉਂਕਿ ਤੁਸੀਂ ਸਾਰੇ ਵੀ ਉਸ ਪ੍ਰੋਸੈਸ ਦੇ ਵਿੱਚੋਂ ਤੁਸੀਂ ਪੱਕੇ ਹੋ ਗਏ ਹੋ, ਲੰਬਾ ਸਮਾਂ ਹੋ ਗਿਆ ਇੱਥੇ ਆਇਆਂ ਨੂੰ। ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹਦੇ ਵਿੱਚ ਤੁਹਾਨੂੰ ਇਹਦਾ ਕੀ ਰੋਲ ਲੱਗਦਾ ਕਿ ਕਿੱਦਾਂ ਤੁਹਾਡੀ ਜਿਹੜੀ ਟੀਮ ਸੀ ਇਹਨੇ ਇਸ ਸਮੇਂ ਦੇ ਵਿੱਚ ਪਾਰਟਿਸਿਪੇਟ ਕੀਤਾ ਜੀ? ਜਿਸ ਕਾਰਨ ਜਿਹੜੀ ਜਦੋਂ ਅਸੀਂ ਆਰਗੇਨਾਈਜੇਸ਼ਨ ਅਸੀਂ 5 ਜਣੇ ਜਦੋਂ ਸ਼ੁਰੂ ਕੀਤੀ ਸੀਗੀ, ਇੱਕ ਛੋਟਾ ਜਿਹਾ ਐਫਰਟ ਸੀਗਾ ਕਿ ਗੁਰਬਾਣੀ ਚਾਹੁੰਦਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਨਾ ਜੀ। ਅਤੇ ਸਟੂਡੈਂਟਸ ਇੱਥੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਆ ਰਹੇ ਸੀਗੇ, ਪਰ ਜਿਹੜੀ ਜੇ ਕਹਿ ਲਓ ਕਿ ਇੱਥੇ ਆਰਗੇਨਾਈਜੇਸ਼ਨਸ ਕੋਈ ਹੈਗੀਆਂ ਸੀਗੀਆਂ, ਫਾਰਮਲ ਆਰਗੇਨਾਈਜੇਸ਼ਨਸ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਪਹਿਲਾਂ ਤਾਂ ਸਮਝ ਸਕਣ, ਪ੍ਰੋਪਰ ਤਰੀਕੇ ਨਾਲ ਐਡਰੈਸ ਕਰ ਸਕਣ, ਉਹਦੇ ਬਾਰੇ ਗੱਲ ਕਰ ਸਕਣ, ਉਹਦੇ ਨਾਲ ਰਿਸੋਰਸਿਸ ਜਨਰੇਟ ਕਰ ਸਕਣ। ਇਹ ਸਾਰੀਆਂ ਚੀਜ਼ਾਂ ਉੱਤੇ ਸਟੂਡੈਂਟਸ ਨੂੰ ਇਹ ਲੱਗੇ ਕਿ ਆਰਗੇਨਾਈਜੇਸ਼ਨ ਬਾਹਰੋਂ ਨਹੀਂ ਕੋਈ ਆਈ ਹੈ ਨਾ, ਇਹ ਆਰਗੇਨਾਈਜੇਸ਼ਨ ਉਹਨਾਂ ਦਾ ਹੀ ਪਾਰਟ ਹੈ। ਸੋ ਇਹਨਾਂ ਵਿੱਚ ਮੈਂ ਵੀ ਇੱਥੇ ਓਰੀਜਨਲੀ ਐਜ਼ ਸਟੂਡੈਂਟ ਆਇਆ ਸੀ, ਪਰ ਮੈਨੂੰ ਸਟੂਡੈਂਟ ਆਏ ਨੂੰ ਬਹੁਤ ਸਮਾਂ ਹੋ ਗਿਆ। ਪਰ ਜਿਹੜੇ ਬਾਕੀ ਮੈਂਬਰ ਹੈਗੇ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਸਟੂਡੈਂਟਸ ਨੇ, ਕਈ ਰੀਸੈਂਟਲੀ ਗ੍ਰੈਜੂਏਟਡ ਨੇ। ਸੋ ਹੁਣ ਇਹ ਸਾਰੀ ਚੀਜ਼ਾਂ ਦੇ ਵਿੱਚੋਂ ਅਸੀਂ ਕਈ ਤਰ੍ਹਾਂ ਦੇ ਸੋਲਿਊਸ਼ਨਸ ਕੱਢੇ। ਜਦੋਂ ਅਸੀਂ ਸ਼ੁਰੂ ਹੋਏ ਸੀਗੇ ਤਾਂ ਅਸੀਂ 2 ਚੀਜ਼ਾਂ ਦੇ ਉੱਤੇ ਫੋਕਸ ਸੀਗੇ, ਜਿਹੜੇ ਨਵੇਂ ਸਟੂਡੈਂਟਸ ਆ ਰਹੇ ਉਹਨਾਂ ਨੂੰ ਅਕਮੋਡੇਸ਼ਨ ਅਤੇ ਉਹਨਾਂ ਨੂੰ ਜੌਬਸ ਦੀ ਅਵੇਲੇਬਿਲਿਟੀ। ਜੌਬਸ ਅਸੀਂ ਕਰਾਊਡ ਸੋਰਸ ਕਰਦੇ ਸੀ, ਜੇ ਕੋਈ ਪਹਿਲਾਂ ਕਿਸੇ ਜੌਬ ਦੇ ਵਿੱਚ ਲੱਗਿਆ ਹੋਇਆ, ਜਿੱਦਾਂ ਇੱਥੇ ਰੈਫਰੈਂਸਿਸ ਜੌਬ ਵਿੱਚ ਆਮ ਚੱਲਦੀਆਂ ਨੇ। ਸੋ ਜਿਹੜਾ ਕੋਈ ਪਹਿਲਾਂ ਜੌਬ ਦੇ ਵਿੱਚ ਲੱਗਿਆ, ਉੱਥੇ ਨਵੀਂ ਕਿਸੇ ਇੱਕ ਹੋਰ ਇੰਪਲੋਈ ਦੀ ਲੋੜ ਹੈਗੀ ਆ, ਅਤੇ ਦੇ ਕੈਨ ਪੁੱਟ ਇਟ ਇਨ ਦਾ ਗਰੁੱਪ, ਅਤੇ ਉਹਦੇ ਵਿੱਚ ਅਸੀਂ ਹੈਲਪ ਕਰ ਸਕਦੇ। ਫਿਰ ਹੌਲੀ ਹੌਲੀ ਅਸੀਂ ਵਿੱਚ ਹੋਰ ਰਿਸੋਰਸਿਸ ਲੈ ਕੇ ਆਉਣੇ ਸ਼ੁਰੂ ਕੀਤੇ, ਜਿਵੇਂ ਅਸੀਂ ਗਰੁੱਪ ਦੇ ਵਿੱਚ ਰੈਜ਼ਿਊਮੇ ਕਿੱਦਾਂ ਬਿਲਡ ਕਰਨਾ, ਕਿਉਂਕਿ ਇੱਕ ਹਿਸਾਬ ਤੁਸੀਂ ਇਹ ਸੋਚੋ ਕਿ ਜਦੋਂ ਸਟੂਡੈਂਟਸ ਇੰਡੀਆ ਤੋਂ ਇੱਥੇ ਆ ਰਹੇ ਨੇ ਅਤੇ ਇੱਕ ਪੂਰੀ ਦੀ ਪੂਰੀ ਇੱਕ ਕਲਚਰ ਸ਼ੌਕ ਹੁੰਦਾ ਹੈ ਨਾ। ਇੱਥੇ ਦੇ ਕਈ ਨਵੇਂ ਸਿਸਟਮ ਨੇ, ਈਵਨ ਸਟੱਡੀ ਦਾ ਸਿਸਟਮ ਬਿਲਕੁਲ ਡਿਫਰੈਂਟ ਹੈ। ਉੱਦਾਂ ਵੀ ਹੁਣ ਜਿਹੜੇ ਇਹ ਜਵਾਕ ਆ ਰਹੇ ਨੇ ਉਹ ਯੰਗ ਉਮਰ 'ਚ ਆ ਰਹੇ ਨੇ, ਅਤੇ ਉਹ ਸਾਰਾ ਕਲਚਰ ਸ਼ੌਕ ਜਿਹੜਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਸੋਰਸ ਹੈਗਾ ਜਿਹੜਾ ਉਹਨਾਂ ਨੂੰ ਹੈਲਪ ਆਊਟ ਕਰ ਸਕਦਾ। ਸੋ ਉਹਦੇ ਵਿੱਚ ਫਿਰ ਅਸੀਂ ਰੈਜ਼ਿਊਮੇ ਬਿਲਡਿੰਗ ਇਹ ਸਾਰੀਆਂ ਚੀਜ਼ਾਂ ਕੀਤੀਆਂ। ਫਿਰ ਜਦੋਂ ਕੋਵਿਡ-19 ਹਿੱਟ ਹੋਇਆ ਐਂਡ ਅਜੇ ਤੱਕ ਸਾਨੂੰ ਆਲਮੋਸਟ ਸਾਲ ਹੋ ਚੱਲਿਆ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਨੂੰ, ਅਸੀਂ $1 ਵੀ ਕਿਸੇ ਪਾਸਿਓਂ ਕੋਈ ਕੰਟਰੀਬਿਊਸ਼ਨ ਲਈ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਅਸੀਂ ਆਪਸ ਵਿੱਚ ਕੰਟਰੀਬਿਊਟ ਕਰਕੇ ਐਂਡ ਵੀਵ ਡਨ ਇਟ। ਜਦੋਂ ਕੋਵਿਡ-19 ਹਿੱਟ ਹੋਇਆ ਅਤੇ ਉਦੋਂ ਅਸੀਂ ਫਿਰ ਫੂਡ ਡਰਾਈਵ ਚਲਾਈ ਉਹਨਾਂ ਸਟੂਡੈਂਟਸ ਦੇ ਲਈ, ਜਾਂ ਜਿਹੜੇ ਨਵੇਂ ਇੱਥੇ ਨਿਊ ਕਮਰ ਸੀਗੇ ਜਿਨ੍ਹਾਂ ਕੋਲ ਰਿਸੋਰਸਿਸ ਨਹੀਂ ਸੀਗੀਆਂ, ਜੌਬਸ ਨਹੀਂ ਸੀਗੀਆਂ। ਫਿਰ ਹੌਲੀ ਹੌਲੀ ਫਰਮਬਰੀਨ ਜਿੱਦਾਂ ਸਾਡੇ ਨਾਲ ਜੁਆਇਨ ਕੀਤੀ 3 ਮਹੀਨੇ ਪਹਿਲਾਂ, ਅਤੇ ਅਸੀਂ ਮੈਂਟਲ ਹੈਲਥ ਸਪੋਰਟ ਜਿਹੜਾ ਹੈਗਾ, ਕਿਉਂਕਿ ਉਹਦੀਆਂ ਰਿਕੁਐਸਟ ਕਾਫੀ ਆ ਰਹੀਆਂ ਸੀ। ਸੋ ਹੌਲੀ ਹੌਲੀ ਐਜ਼ ਜਿਉਂ ਆਰਗੇਨਾਈਜੇਸ਼ਨ ਵੱਧ ਰਹੀ ਹੈ ਅਤੇ ਤਿਉਂ ਆਰਗੇਨਾਈਜੇਸ਼ਨ ਦੀਆਂ ਜਿਹੜੀਆਂ ਨੀਡਸ ਨੇ ਉਹਦੇ ਹਿਸਾਬ ਨਾਲ ਅਸੀਂ ਹੋਰ ਮੈਂਬਰਸ ਨਾਲ ਐਡ ਕਰ ਰਹੇ ਹਾਂ। ਅਤੇ ਮੈਨੂੰ ਲੱਗਦਾ ਕਿ ਇਟ ਇਜ਼ ਇੱਕ ਵਧੀਆ ਰੀਸੋਰਸ ਬਣ ਰਿਹਾ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ, ਅਤੇ ਨਾਲ ਦੀ ਨਾਲ ਜਿਹੜੇ ਇੱਥੇ ਸਟੂਡੈਂਟਸ ਪਹਿਲਾਂ ਆ ਕੇ ਉਹ ਸਾਰੀ ਪ੍ਰੋਸੈਸ 'ਚੋਂ ਨਿਕਲੇ ਨੇ,
ਉਹ ਸਾਰੀ ਪ੍ਰੋਸੈਸ ਵਿੱਚੋਂ ਜੋ ਐਕਸਪੀਰੀਅੰਸਿਸ ਹੈਗੇ ਨੇ ਉਹ ਆਉਣ ਵਾਲੇ ਸਟੂਡੈਂਟਸ ਦੇ ਨਾਲ ਸ਼ੇਅਰ ਕੀਤੇ ਜਾ ਸਕਦੇ ਨੇ। ਸੋ ਇਹੀ ਸਾਡੀ ਆਰਗੇਨਾਈਜੇਸ਼ਨ ਨੂੰ ਫਾਰਮ ਕਰਨ ਦਾ ਮਕਸਦ ਸੀਗਾ ਤੇ ਮੈਨੂੰ ਲੱਗਦਾ ਕੁਛ ਹੱਦ ਤੱਕ ਅਸੀਂ ਉਸ ਵਿੱਚ ਸਫਲ ਵੀ ਹੋ ਰਹੇ ਹਾਂ। ਇੱਕ ਤਾਂ ਤੁਹਾਡਾ ਇਹ ਜਿਹੜਾ ਰੋਲ ਹੈਗਾ ਕਿ ਤੁਸੀਂ ਇੱਥੇ ਜਿਹੜਾ ਸਟੂਡੈਂਟਸ ਦੀ ਹੈਲਪ ਕਰਦੇ ਹੋ। ਮੰਨ ਲਓ ਪੰਜਾਬ 'ਚ ਕੋਈ ਸਟੂਡੈਂਟ ਬੈਠਾ, ਉਹ ਜਾਣਨਾ ਚਾਹੁੰਦਾ ਇੱਥੇ ਬਾਰੇ, ਦੋਸਤ ਮਿੱਤਰ ਹੈਗੇ ਆ ਪਰ ਉਹਨੂੰ ਇੱਕ ਅਥੈਂਟਿਕ ਇਨਫੋਰਮੇਸ਼ਨ ਚਾਹੀਦੀ ਹੈ, ਉਹ ਟੀਮ ਵੀਕਰ ਨੂੰ ਪੁੱਛ ਸਕਦਾ ਜਾਂ ਉਹ ਜੁੜ ਸਕਦਾ, ਤੇ ਉਹ ਕਿੱਦਾਂ ਕਰ ਸਕਦਾ? ਜੀ ਬਿਲਕੁਲ, ਜਿਹੜਾ ਵੀ ਸਟੂਡੈਂਟ ਇੱਥੇ ਕੈਨੇਡਾ ਆਉਣਾ ਚਾਹੁੰਦਾ, ਕਿਉਂਕਿ ਹੁਣ ਸਾਡੇ ਗਰੁੱਪ ਦੇ ਵਿੱਚ ਆਲ ਓਵਰ ਕੈਨੇਡਾ ਤੋਂ ਬਹੁਤ ਸਟੂਡੈਂਟਸ ਨੇ ਜਿਹੜੇ ਰੀਸੈਂਟ ਵਰਕ ਪਰਮਿਟ ਤੇ ਹੋਏ ਨੇ, ਈਵਨ ਇਮੀਗ੍ਰੈਂਟਸ ਨੇ, ਐਂਡ ਵੱਖਰੇ ਵੱਖਰੇ ਪ੍ਰੋਫੈਸ਼ਨਲਸ ਵੀ ਹੈਗੇ ਨੇ, ਠੀਕ ਹੈ, ਜਿਹੜੇ ਪਰਟੀਕੂਲਰ ਹੈਲਪ ਕਰ ਸਕਦੇ ਨੇ। ਨਾਲ ਦੀ ਨਾਲ ਕਹੂੰਗਾ ਕਿ ਕੋਵਿਡ-19 ਨੇ 2-3 ਚੀਜ਼ਾਂ ਨਾ ਬੜੀਆਂ ਕਲੀਅਰ ਕੀਤੀਆਂ। ਉਹ ਇਹ ਕੀਤੀਆਂ ਕਿ ਜਿਹੜਾ ਨੌਲੇਜ ਬੇਸਡ ਵਰਕ ਸਿਸਟਮ ਹੈ ਉਹ ਵੱਧ ਰਿਹਾ। ਦੈਟ ਮੀਨਸ ਕਿ ਵੀ ਤੁਹਾਨੂੰ ਕੰਪਿਊਟਰਸ ਦੀ ਨੌਲੇਜ ਹੋਣਾ, ਈਵਨ ਜਿਹੜੀ ਰਿਮੋਟ ਸਟੱਡੀ ਦੀ ਗੱਲ ਸੀਗੀ, ਰਿਮੋਟ ਸਟੱਡੀ ਦੇ ਵਿੱਚ ਤੁਹਾਨੂੰ ਕੰਪਿਊਟਰ ਦੀ ਥੋੜ੍ਹੀ ਬਹੁਤੀ ਨੌਲੇਜ ਹੋਣਾ, ਪਰ ਨਾਲ ਦੀ ਨਾਲ ਜਿੰਨੀਆਂ ਵੀ ਹੁਣ ਜੌਬਸ ਨੇ, ਜਿਉਂ ਰਿਮੋਟ ਜੌਬਾਂ ਉਹੀ ਰਹੀਆਂ ਜਿਹੜੀਆਂ ਨੌਲੇਜ ਬੇਸ ਵਰਕ ਸੀਗਾ। ਨੌਲੇਜ ਬੇਸ ਵਰਕ ਤਾਂ ਕਹਿਣ ਦਾ ਮਤਲਬ ਜਿਹੜੀ ਕੰਪਿਊਟਰ ਦੇ ਨਾਲ ਰਿਲੇਟਡ ਸੀਗੀਆਂ ਜਾਂ ਕੋਈ ਪਰਟੀਕੂਲਰ ਟ੍ਰੇਡ ਦੇ ਵਿੱਚ ਤੁਹਾਡੀ ਮੁਹਾਰਤ ਸੀਗੀ। ਸੋ ਮੈਨੂੰ ਲੱਗਦਾ ਕਿ ਜਿਹੜੇ ਹੁਣ ਉੱਥੋਂ ਸਟੂਡੈਂਟ ਇੱਥੇ ਆਉਣਾ, ਜਿਨ੍ਹਾਂ ਨੇ ਇੱਥੇ ਆਉਣਾ ਹੈਗਾ, ਕੁਛ ਇੱਕ ਚੀਜ਼ਾਂ ਦੀ ਪ੍ਰੈਪਰੇਸ਼ਨ ਕਰਨ ਦੀ ਲੋੜ ਹੈਗੀ ਆ। ਇੱਕ ਤਾਂ ਇਹ ਕਿ ਆਪਣੀ ਪਹਿਲੀ ਗੱਲ ਤਾਂ ਜਿਹੜੇ ਤੁਸੀਂ ਕੋਰਸਿਸ ਲੈਣੇ ਆ, ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰੋ। ਜੇ ਨਹੀਂ ਪਤਾ ਲੱਗ ਰਿਹਾ, ਸਾਡੀ ਟੀਮ ਨਾਲ ਰੀਚ ਆਊਟ ਕਰੋ। ਉਹ ਕਾਲਜ ਲੈਜੀਟੀਮੇਟ ਕਾਲਜ ਹੈਗੇ ਨੇ, ਉਹ ਕਾਲਜਸ ਦੇ ਵਿੱਚੋਂ ਜਿਹੜੇ ਸਟੂਡੈਂਟ ਗ੍ਰੈਜੂਏਟ ਹੋ ਰਹੇ ਨੇ, ਜਿਹੜਾ ਕੋਰਸ ਤੁਸੀਂ ਲੈ ਰਹੇ ਹੋ ਉਹਦੇ ਵਿੱਚੋਂ ਜੌਬਸ ਕਿੰਨੀਆਂ ਕੁ ਨੂੰ ਮਿਲ ਰਹੀ ਆ, ਠੀਕ ਹੈ ਜੀ। ਦੂਸਰੀ ਚੀਜ਼ ਇਹ ਕਿ ਤੁਸੀਂ ਜਿੱਦਾਂ ਨੂੰ ਤੁਸੀਂ ਆਪਦਾ ਕਰੀਅਰ ਬਣਾਉਣਾ, ਰੈਦਰ ਦੈਨ ਸਿਰਫ ਇਹ ਸੋਚਣ ਦੇ ਨਾਲੋਂ ਕਿ ਨਹੀਂ ਇੱਕ ਵਾਰੀ ਕੈਨੇਡਾ ਚਲ ਜਾਂਗੇ ਫਿਰ ਸੈਟਲ ਹੋ ਜਾਊਗਾ, ਇੱਥੇ ਵੀ ਹੀ ਬੜੇ ਤਰ੍ਹਾਂ ਦੀ ਸਟਰਗਲ ਹੈ, ਠੀਕ ਹੈ ਜੀ। ਅਤੇ ਜੇ ਤੁਸੀਂ ਇਹੀ ਪ੍ਰੀ ਪਲੈਨਿੰਗ ਥੋੜ੍ਹੀ ਜਿਹੀ ਪਹਿਲਾਂ ਉੱਥੇ ਕਰੋ ਤੇ ਵੀ ਕੈਨ ਹੈਲਪ ਯੂ ਵਿਦ ਦੈਟ। ਜਿਹਦੇ ਵਿੱਚ ਤੁਸੀਂ ਕੋਰਸ ਸਿਲੈਕਸ਼ਨ, ਆਪਣਾ ਕਾਲਜ ਦੀ ਚੰਗੀ ਤਰ੍ਹਾਂ ਰਿਵਿਊ ਦੇਖਣੇ, ਅਤੇ ਤੀਸਰਾ ਨੌਲੇਜ ਬੇਸ ਸਕਿੱਲ ਜਿਹੜਾ ਉਹ ਬਿਲਡ ਕਰਨਾ। ਜਿੱਧਰ ਨੂੰ ਤੁਸੀਂ ਜਾਣਾ ਉਹਦੀ ਜੇ ਤੁਸੀਂ ਪ੍ਰੈਪਰੇਸ਼ਨ ਪਹਿਲਾਂ ਕਰਕੇ ਆਏ ਹੋਵੋਗੇ, ਤੁਹਾਡੇ ਕੋਲੇ ਹਾਈ ਪੇਇੰਗ ਜੌਬ ਦੇ ਵਿੱਚ ਇੱਥੇ ਐਂਟਰ ਕਰਨ ਦਾ, ਇੱਥੇ ਸੈਟਲ ਹੋਣ ਦਾ, ਅਤੇ ਮੁੜ ਕੇ ਇਮੀਗ੍ਰੇਸ਼ਨ ਦੇ ਵਿੱਚ ਵੀ ਜਿਹੜੀ ਤੁਹਾਡੀ ਹੈਲਪ ਹੋਣੀ ਆ, ਉਹ ਸਾਰੀ ਚੀਜ਼ ਜਿਹੜੀ ਆ ਥੋੜ੍ਹੀ ਸੁਖਾਲੀ ਹੋ ਜਾਊਗੀ। ਐਮਰਿਨ, ਤੁਹਾਡੇ ਕੋਲੋਂ ਅਸੀਂ ਪੁੱਛਣਾ ਚਾਹੁੰਦੇ ਹਾਂ, ਖਾਸ ਕਰ ਜਿਹੜੀਆਂ ਕੁੜੀਆਂ ਪੰਜਾਬ ਦੇ ਵਿੱਚ ਨੇ, ਤੁਸੀਂ ਐਜ਼ ਅ ਸਟੂਡੈਂਟ ਆਏ ਇੱਥੇ ਸੈੱਟ ਹੋਏ, ਉਹਨਾਂ ਨੂੰ ਕੀ ਕਹੋਗੇ? ਖਾਸ ਕਰ ਕੋਵਿਡ-19 ਦਾ ਜਿਹੜਾ ਸਾਰਾ ਕੁਛ ਹੈਗਾ ਆ, ਕੀ ਇਸ ਗੱਲ ਦਾ ਖਿਆਲ ਰੱਖਣ, ਕੀ ਅੱਗੇ ਪ੍ਰੋਸੈਸ ਆ, ਹੁਣ ਕੀ ਦਿਸਦਾ ਵੀ ਕਦੋਂ ਇਹ ਓਪਨ ਹੋਊਗਾ ਜਾਂ ਕਦੋਂ ਇੱਥੇ ਆ ਸਕਦੀਆਂ? ਮਾਪੇ ਕੁੜੀਆਂ ਦੇ ਕਈ ਵਾਰੀ ਡਰਦੇ ਆ ਇਸ ਗੱਲ ਤੋਂ, ਉਹਨਾਂ ਨੂੰ ਬੜਾ ਕੁਛ ਹੁੰਦਾ ਵੀ ਉੱਥੇ ਕੱਲੀਆਂ ਭੇਜ ਰਹੇ ਆ। ਕਈ ਵਾਰੀ ਪਤਾ ਲੱਗਦਾ ਬਹੁਤ ਬੁਰੀ ਹਾਲਤ ਆ ਇੱਥੇ ਕੁੜੀਆਂ ਦੀ, ਕਈ ਵਾਰੀ ਪਤਾ ਲੱਗਦਾ ਵੀ ਇਹ ਸਿਰਫ ਗੱਲਾਂ ਬਾਤਾਂ ਹੀ ਆ, ਸਾਰਾ ਕੁਛ ਠੀਕ ਠਾਕ ਆ। ਤੁਹਾਡਾ ਇੱਥੋਂ ਦੀ ਆਬਜ਼ਰਵੇਸ਼ਨ ਕੀ ਰਿਹਾ, ਐਕਸਪੀਰੀਅੰਸ ਕੀ ਰਿਹਾ, ਅਤੇ ਜਿਹੜੇ ਆ ਰਹੀਆਂ ਖਾਸ ਕਰ ਕੁੜੀਆਂ, ਉਹਨਾਂ ਨੂੰ ਕੀ ਕਹੋਗੇ? ਮੈਂ ਕਹੂੰਗੀ ਕਿ ਜਿੱਦਾਂ ਸਾਡੀ ਆਰਗੇਨਾਈਜੇਸ਼ਨ ਹੈ, ਜਿੱਦਾਂ ਆਪਾਂ ਹੁਣ ਇਹੀ ਸ਼ੁਰੂ ਕੀਤਾ, ਜਿਹੜਾ ਰਵਿੰਦਰ ਦਾ ਗੋਲ ਸੀਗਾ ਕਿ ਆਪਾਂ ਬਹੁਤ ਸਾਰੇ ਸਟੂਡੈਂਟਸ ਤੋਂ ਇਕੱਠਾ ਕਰੀਏ, ਅਤੇ ਹੁਣ ਜਿਹੜੇ ਇਹਨਾਂ ਦੇ ਆਰਗੇਨਾਈਜੇਸ਼ਨ ਦੇ ਵਿੱਚ ਕੁੜੀਆਂ ਵੀ ਹੈਗੀਆਂ ਹੈ ਨਾ, ਜਦੋਂ ਉਹਨਾਂ ਨੂੰ ਘਰਦਿਆਂ ਨੂੰ ਭੇਜਣਾ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦੇ ਨੇ। ਸਾਨੂੰ ਪਤਾ ਨਹੀਂ ਕਿ ਕੁੜੀਆਂ ਕਿੱਥੇ ਰਹਿ ਰਹੀਆਂ ਨੇ, ਘਰ ਲੱਭਣਾ ਹੈ, ਬੇਸਮੈਂਟ 'ਤੇ ਕਿਸੇ ਨਾਲ ਰਹਿਣਾ, ਪਹਿਲਾਂ ਪੇਰੈਂਟਸ ਵੀ ਗੱਲ ਕਰ ਸਕਦੇ ਨੇ, ਕੁੜੀ ਵੀ ਗੱਲ ਕਰ ਸਕਦੀ ਹੈ ਕੈਨੇਡਾ ਮੂਵ ਹੋਣ ਤੋਂ ਪਹਿਲਾਂ, ਹੈ ਨਾ, ਕਿ ਉਹਨਾਂ ਦਾ ਦਿਲ ਨੂੰ ਥੋੜ੍ਹਾ ਸਕੂਨ ਹੋਵੇ ਕਿ ਹੈ ਨਾ, ਇਹ ਕੁੜੀਆਂ ਨਾਲ ਮੂਵ ਹੁੰਦੀ ਪਈ ਹੈ। ਸੋ ਬੇਸਿਕਲੀ ਅਕੋਮੋਡੇਸ਼ਨ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਜਦੋਂ ਨਾ ਕੁੜੀਆਂ ਆਉਂਦੀਆਂ, ਉਹਨਾਂ ਨੂੰ ਪਤਾ ਨਹੀਂ ਕਿ ਕਿੱਦਾਂ ਦਾ ਲੈਂਡਲੋਰਡ ਹੈ, ਕਿਹੜਾ ਬੇਸਮੈਂਟ ਹੈ, ਕੋਈ ਕਿੱਦਾਂ ਰਹਿ ਰਿਹਾ। ਸੋ ਆਈ ਥਿੰਕ ਇਟ ਇਜ਼ ਵੈਰੀ ਐਸੈਂਸ਼ੀਅਲ ਕਿ ਜਦੋਂ ਮੈਂ ਆਈ ਸੀਗੀ, ਮੈਂ ਵੀ ਇੱਦਾਂ ਇੱਕ ਆਰਗੇਨਾਈਜੇਸ਼ਨ ਨਾਲ ਕਨੈਕਟ ਕੀਤਾ ਸੀ, ਅਤੇ ਮੇਰੇ ਪੇਰੈਂਟਸ ਨੇ ਵੀ ਗੱਲ ਕੀਤੀ ਸੀਗੀ ਪਹਿਲਾਂ ਆਉਣ ਤੋਂ ਪਹਿਲਾਂ ਕਿ ਉਹਨਾਂ ਨੂੰ ਦਿਲ ਠੀਕ ਹੋਵੇ ਕਿ ਚੰਗੀਆਂ ਕੁੜੀਆਂ ਰਹਿ ਰਹੀਆਂ ਨੇ, ਹੈ ਨਾ, ਵਧੀਆ ਘਰ ਹੈਗਾ। ਤੁਸੀਂ ਵੀਡੀਓ ਕਾਲ ਵੀ ਕਰਕੇ ਦੇਖ ਸਕਦੇ ਹੋ, ਤੁਸੀਂ ਆਉਂਦੇ ਹੋ ਕਿਸੇ ਦੇ ਘਰੇ ਰਹਿਣ ਤਾਂ ਉਹਨਾਂ ਨੂੰ ਥੋੜ੍ਹਾ ਦਿਲ 'ਚ ਚੰਗਾ ਹੁੰਦਾ ਕਿ ਅਸੀਂ ਮਿਲ ਚੁੱਕੇ ਹਾਂ, ਘਰ ਵੀ ਵਧੀਆ ਹੈਗਾ, ਰਹਿ ਰਹੇ। ਸੋ ਆਈ ਥਿੰਕ ਕੁੜੀਆਂ ਨੂੰ ਵੀ ਮੈਂ ਇਹੀ ਕਹੂੰਗੀ ਕਿ ਹੈ ਨਾ, ਕਿ ਦਿਲ ਨਾ ਛੱਡੋ, ਕਿ ਓਬਵੀਅਸਲੀ ਵਾਰੀ ਇਨਫੋਰਮੇਸ਼ਨ ਆਉਂਦੀ ਰਹਿਣੀ ਹੈ। ਅਤੇ ਜਦੋਂ ਕੈਨੇਡਾ ਆਉਣਾ ਹੈ, ਸਾਰਾ ਕੁਛ ਜਿੱਦਾਂ ਅਰਵਿੰਦਰ ਨੇ ਕਿਹਾ ਪ੍ਰੀ ਪਲਾਨ ਕਰਕੇ ਆਓ, ਹੈ ਨਾ। ਜਦੋਂ ਮੈਂ ਵੀ ਆਈ ਸੀਗੀ, ਮੈਂ ਸਾਰਾ ਕੁਝ ਪਲਾਨ ਕਰਕੇ ਆਈ ਸੀ ਕਿ ਮੈਂ ਕਿੱਥੇ ਰਹਿਣਾ, ਕਿਹਦੇ ਨਾਲ ਕਨੈਕਟ ਹੋਣਾ, ਜਿੱਦਾਂ ਸਾਡੀ ਵਰਗੀ ਆਰਗੇਨਾਈਜੇਸ਼ਨ ਨਾਲ ਕੋਈ ਕਨੈਕਟ ਹੋਊਗਾ ਜਾਂ ਕਿੱਦਾਂ ਕੋਈ ਵੂਮਨ ਸੈਂਟਰ ਨਾਲ ਕਨੈਕਟ ਹੋਊਗਾ, ਕਦੇ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਚੀਜ਼ਾਂ ਨੂੰ ਚਾਹੀਦੀ ਹੋਵੇ, ਤਾਂ ਤੁਸੀਂ ਇੱਦਾਂ ਨੌਲੇਜ ਬੇਸ ਜਾਂ ਸਾਨੂੰ ਰੀਚ ਆਊਟ ਕਰ ਸਕਦੇ ਹੋ, ਜਾਂ ਉਹਨਾਂ ਨੂੰ ਕੋਈ ਵੀ ਕੁਐਸਚਨ ਹੋਵੇ ਪੇਰੈਂਟਸ ਨੂੰ ਸਾਨੂੰ ਵੀ ਈਮੇਲ ਕਰ ਸਕਦੇ। ਹੋਰ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਹੈਗੀਆਂ, ਜਿਹੜੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਪ੍ਰੋਪਰਲੀ, ਹੈ ਨਾ, ਸੇਫਲੀ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਪੋਸੀਬਲ ਹੋ ਸਕਦਾ। ਇਨ ਜਨਰਲ ਜਾਂ ਕੋਵਿਡ-19 ਦੇ ਵਿੱਚ ਕੁੜੀਆਂ ਦੀਆਂ ਪ੍ਰੋਬਲਮ ਮੁੰਡਿਆਂ ਨਾਲੋਂ ਜ਼ਿਆਦਾ ਸੀ ਜਾਂ ਲੱਗਦਾ? ਆਈ ਥਿੰਕ ਜ਼ਿਆਦਾ ਸੀਗੇ, ਕਿਉਂਕਿ ਮੁੰਡੇ ਫਿਰ ਵੀ ਜਦੋਂ ਤੁਸੀਂ ਕੰਮ ਕਰਨ ਚਾਹੁੰਦੇ ਹੋ ਜਾਂ ਸੋਸ਼ਲਾਈਜ਼ ਕਰਦੇ ਹੋ ਤਾਂ ਥੋੜ੍ਹਾ ਬੈਟਰ ਫੀਲ ਹੁੰਦਾ। ਕੁੜੀਆਂ ਥੋੜ੍ਹੀਆਂ ਇੱਦਾਂ ਮੈਂਟਲੀ ਉਹਨਾਂ ਨੂੰ ਹੁੰਦਾ ਕਿ ਘਰੇ ਰਹੀਏ ਜਾਂ ਹੈ ਨਾ ਘੱਟ ਸੋਸ਼ਲਾਈਜ਼ ਕਰੀਏ, ਉਹਨਾਂ ਨੂੰ ਡਰ ਲੱਗਦਾ ਜਾਂ ਕੁਛ ਹੁੰਦਾ, ਨਵੇਂ ਹੁੰਦੇ ਕੰਟਰੀ ਦੇ ਵਿੱਚ। ਅਤੇ ਆਪਣੇ ਜਿਹੜੀ ਪਿੰਡੋਂ ਕੁੜੀਆਂ ਆਉਂਦੇ ਨੇ ਵੈਸੇ ਸ਼ਾਏ ਵੀ ਬਹੁਤ ਹੁੰਦੀਆਂ ਨੇ, ਹੈ ਨਾ, ਕਦੇ ਬਾਹਰ ਨਹੀਂ ਨਿਕਲੀਆਂ ਹੁੰਦੀਆਂ, ਕੰਮ ਨਹੀਂ ਕੀਤਾ ਹੁੰਦਾ, ਇਹਨਾਂ ਨੂੰ ਡਰ ਲੱਗਦਾ। ਤਾਂ ਆਈ ਥਿੰਕ ਲੋਨਲੀਨੈਸ, ਐਂਗਜ਼ਾਇਟੀ ਅਤੇ ਆਪਣੇ ਘਰਦਿਆਂ ਨੂੰ ਮਿਸ ਕਰਨਾ ਕੁੜੀਆਂ ਦਾ ਜ਼ਿਆਦਾ
ਆਈ ਥਿੰਕ ਕੋਵਿਡ-19 ਕਰਕੇ ਔਖਾ ਹੁੰਦਾ। ਮੇਰਾ ਵੀ, ਮੇਰੇ ਪੇਰੈਂਟਸ ਵੀ ਇੰਡੀਆ ਦੇ ਵਿੱਚ ਹੈਗੇ ਆ, ਤਾਂ ਟੈਨਸ਼ਨ ਲੈਣੀ ਘਰਦਿਆਂ ਦੀ ਕਿ ਉਹ ਠੀਕ ਹੈਗੇ ਆ ਨਹੀਂ ਹੈਗੇ ਆ, ਹੈ ਨਾ। ਸੋ ਆਈ ਥਿੰਕ ਕੋਵਿਡ-19 ਕਰਕੇ ਕੁੜੀਆਂ ਉਹ ਵੀ ਜਿਹੜੀ ਨਵੀਆਂ ਹੁੰਦੀਆਂ ਸ਼ਾਏ ਹੁੰਦੀ ਆ, ਉਹ ਘਰੇ ਜ਼ਿਆਦਾ ਬਹਿੰਦੀਆਂ ਨੇ, ਹੈ ਨਾ। ਤਾਂ ਉਹਨਾਂ ਨੂੰ ਕੋਈ ਮਿਲਣ ਦਾ, ਕਿਸੇ ਨਾਲ ਗੱਲ ਕਰਨ ਦਾ ਕੋਈ ਮੌਕਾ ਨਹੀਂ ਮਿਲਦਾ ਹੈਗਾ। ਮੁੰਡੇ ਥੋੜ੍ਹੇ ਸੋਸ਼ਲਾਈਜ਼ ਹੁੰਦੇ ਨੇ ਤਾਂ ਉਹਨਾਂ ਨੂੰ ਘੱਟ ਥੋੜ੍ਹਾ ਡਰ ਲੱਗਦਾ, ਤਾਂ ਉਹ ਬਾਹਰ ਜਾਂਦੀਆਂ ਨੇ। ਜਿਹੜੇ ਕੁੜੀਆਂ ਨੇ ਮੈਨੂੰ ਰੀਚ ਆਊਟ ਕੀਤਾ ਇਸ ਟਾਈਮ 'ਤੇ ਉਹੀ ਕਹਿੰਦੀਆਂ ਸੀ ਕਿ ਉਹਨਾਂ ਨੂੰ ਡਰ ਲੱਗਦਾ, ਉਹਨਾਂ ਨੂੰ ਕਲਚਰ ਨਹੀਂ ਪਤਾ, ਕੋਈ ਫਰੈਂਡਸ ਹੈ ਨਹੀਂ। ਸੋ ਆਈ ਥਿੰਕ ਦੇ ਵਰ ਮੋਰ ਕਿ ਉਹਨਾਂ ਨੂੰ, ਹੈ ਨਾ, ਨੀਂਦ ਨਹੀਂ ਆਉਂਦੀ ਸੀ, ਐਂਗਜ਼ਾਈਟੀ ਹੁੰਦੀ ਸੀਗੀ ਅਤੇ ਬਹੁਤ ਟੈਨਸ਼ਨ ਹੁੰਦੀ ਸੀ ਘਰਦਿਆਂ ਦੀ ਵੀ ਅਤੇ ਆਪਣੀ ਵੀ। ਅਤੇ ਆਈ ਥਿੰਕ ਦੈਟ ਵਾਟ ਵਾਜ਼ ਮੇਨ ਰੀਜ਼ਨ ਫॉर ਇੰਟਰਨੈਸ਼ਨਲ। ਨਹੀਂ, ਬਿਲਕੁਲ ਵੀ ਨਹੀਂ। ਜਿੱਦਾਂ ਮੈਂ ਹੁਣ ਵੂਮਨ ਸੈਂਟਰ ਦੇ ਵਿੱਚ ਕੰਮ ਕਰਦੀ ਹਾਂ, ਕੈਨੇਡਾ ਦੇ ਵਿੱਚ ਕੁੜੀਆਂ ਦੇ ਰਾਈਟਸ ਬਹੁਤ ਜ਼ਿਆਦਾ ਨੇ। ਤਾਂ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ, ਭਾਵੇਂ ਪੇਰੈਂਟਸ ਨੂੰ ਪ੍ਰੋਬਲਮ ਹੋਵੇ, ਭਾਵੇਂ ਕੁੜੀਆਂ ਨੂੰ ਪ੍ਰੋਬਲਮ ਹੋਵੇ, ਸਿਰਫ ਤੁਸੀਂ ਗੂਗਲ ਕਰਨਾ ਹੈ ਕਿ ਵੂਮਨ ਸੈਂਟਰ, ਜਿੱਦਾਂ ਮੈਂ ਇੱਥੇ ਕੰਮ ਕਰਦੀ, ਮੈਂ ਇੰਟਰਨੈਸ਼ਨਲ ਸਟੂਡੈਂਟਸ, ਵਿਆਹੀਆਂ ਕੁੜੀਆਂ ਜਿਹੜਿਆਂ ਨੂੰ ਡਿਵੋਰਸ ਹੋਇਆ ਹੋਵੇ, ਕੋਈ ਇੱਦਾਂ ਹਿੰਸਾ ਹੋਈ ਹੋਵੇ, ਕੋਈ ਸੇਫਟੀ ਕੰਸਰਨ ਹੋਵੇ, ਤਾਂ ਸਾਡੇ ਵਰਗੇ ਆਰਗੇਨਾਈਜੇਸ਼ਨ ਨਾਲ ਕਨੈਕਟ ਹੋ ਸਕਦੀਆਂ ਅਤੇ ਅਸੀਂ ਉਹਨਾਂ ਨੂੰ ਬਹੁਤ ਸਾਰੇ ਰਿਸੋਰਸਿਸ ਪ੍ਰੋਵਾਈਡ ਕਰ ਸਕਦੇ ਨੇ। ਪਰ ਕੈਨੇਡਾ ਇਨ ਜਨਰਲ, ਜਿੱਦਾਂ ਆਪਾਂ ਪੰਜਾਬ ਅਤੇ ਕੈਨੇਡਾ ਵਿੱਚ ਇਹ ਫਰਕ ਹੈਗਾ ਕਿ ਕੁੜੀਆਂ ਆਪਣੀਆਂ ਵੋਇਸ ਰੇਜ਼ ਕਰ ਸਕਦੀਆਂ ਨੇ ਅਤੇ ਐਜ਼ ਸੱਚ ਕੋਈ ਸੇਫਟੀ ਕੰਸਰਨ ਹੈ ਨਹੀਂ, ਕਿਉਂਕਿ ਆਈ ਥਿੰਕ ਕਾਲਜਿਸ ਦੇ ਵਿੱਚ ਜ਼ਿਆਦਾ ਆਈ ਥਿੰਕ ਲੋਕੀ ਵੈਲਕਮਿੰਗ ਹੁੰਦੇ ਨੇ। ਤੁਸੀਂ ਆਪਣੀ ਕਮਿਊਨਿਟੀ ਦੇ ਲੋਕਾਂ ਨਾਲ ਵੀ ਮਿਲ ਸਕਦੇ ਹੋ, ਨਵੇਂ ਲੋਕਾਂ ਨਾਲ ਵੀ ਮਿਲ ਸਕਦੇ ਹੋ। ਸੋ ਆਈ ਥਿੰਕ ਜਿਹੜੇ ਪੇਰੈਂਟਸ ਨੂੰ ਟੈਨਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਉਹ ਤਾਂ ਓਬਵੀਅਸਲੀ ਹੋਣੀ ਆ, ਪਰ ਆਈ ਥਿੰਕ ਕੈਨੇਡਾ ਦੇ ਵਿੱਚ ਰਾਈਟਸ ਬਹੁਤ ਹੈਗੇ ਆ। ਜੇ ਅੱਜ ਮੇਰੇ ਨਾਲ ਕੋਈ ਸੇਫਟੀ ਕੰਸਰਨ ਹੋਊਗਾ, ਕੁਝ ਮਾਲਸ ਵਿੱਚ ਜਾਣਾ, ਬਾਹਰ ਘੁੰਮਣਾ, ਕੌਫੀ ਪੀਣਾ, ਐਵਰੀਥਿੰਗ ਇਜ਼ ਸੇਫ। ਹਾਂਜੀ। ਸਾਨੂੰ ਥੋੜ੍ਹਾ ਜਿਹਾ ਤੁਸੀਂ ਦੱਸੋਗੇ ਕਿ ਜਿਵੇਂ ਤੁਸੀਂ ਫੂਡ ਡਰਾਈਵ ਦਾ ਜ਼ਿਕਰ ਕੀਤਾ ਸੀ ਪਹਿਲਾਂ, ਇਹਦੇ ਲਈ ਕੰਟਰੀਬਿਊਟ ਕਿੱਦਾਂ ਕਰਦੇ ਆ? ਸਟੂਡੈਂਟ ਕੰਟਰੀਬਿਊਟ ਕਰਦੇ ਆ ਜਿਹੜੀ ਗਰੋਸਰੀ ਉੱਥੇ ਤੱਕ, ਜੇ ਕੋਈ ਸਟੂਡੈਂਟ ਕਿਸੇ ਪ੍ਰੋਬਲਮ 'ਚ ਉਹਨੂੰ ਫਾਈਨੈਂਸ਼ੀਅਲ ਹੈਲਪ ਹੁੰਦੀ ਆ ਜਾਂ ਕਦੇ ਪ੍ਰੋਬਲਮਸ ਆ ਜਾਂਦੀਆਂ ਬੱਚਿਆਂ ਦੀਆਂ ਇੱਦਾਂ ਦੀਆਂ? ਹਾਂਜੀ, ਜਦੋਂ ਅਸੀਂ ਫੂਡ ਡਰਾਈਵ ਚਲਾਈ ਸੀ, ਬੇਸਿਕਲੀ ਉਸ ਵੇਲੇ ਕੋਵਿਡ ਦੇ ਦੌਰਾਨ ਬਹੁਤੇ ਬਾਹਰ ਵੀ ਨਹੀਂ ਆ ਸਕਦੇ ਸੀ। ਸੋ ਅਸੀਂ ਜਿਹੜੇ ਸਾਡੇ ਵਲੰਟੀਅਰ ਸੀਗੇ, ਉਹ ਕੁਛ ਕੁ ਨੇ ਮਤਲਬ ਫੰਡ ਦੇ ਨਾਲ ਹੈਲਪ ਕੀਤੀ ਅਤੇ ਕੁਛ ਕੁ ਨੇ ਜਿਹੜਾ ਉੱਥੇ ਡਿਲੀਵਰੀ ਕੀਤੀ ਫੂਡ ਦੀ। ਸੋ ਬੇਸਿਕਲੀ ਅਸੀਂ ਆਪਸ ਦੇ ਵਿੱਚ ਡੋਨੇਸ਼ਨ ਮਤਲਬ ਫੰਡ ਅਰੇਂਜ ਕੀਤਾ ਅਤੇ ਉਹ ਅੱਗੇ ਜਾ ਕੇ ਫੜਾਇਆ ਆਉਂਦੇ ਸੀ, ਮਤਲਬ ਡਿਲੀਵਰ ਕਰਿਆ ਆਉਂਦੇ ਸੀਗੇ ਫੂਡ ਜਿੱਥੇ ਵੀ ਲੋੜਵੰਦਾਂ ਨੂੰ ਲੋੜ ਹੁੰਦੀ ਸੀ। ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋਗੇ ਵੀ ਜਿਹੜੀਆਂ ਸਾਡੀਆਂ ਪਵਿੱਤਰ ਜੀ ਇਮੀਗ੍ਰੇਸ਼ਨ ਦੀ ਗੱਲ ਆਪਾਂ ਪਹਿਲਾਂ ਕੀਤੀ ਆ, ਹੁਣ ਇਮੀਗ੍ਰੇਸ਼ਨ 'ਚ ਦਿੱਕਤ ਕੋਈ ਆ ਰਹੀ ਹੈ ਇੱਥੇ ਸਟੂਡੈਂਟਸ ਨੂੰ ਜਿਹੜੇ ਆ ਚੁੱਕੇ ਆ, ਜਾਂ ਉਹ ਕਿਹੜੇ ਸਟੇਜਸ ਦੀਆਂ ਪ੍ਰੋਬਲਮਸ ਨੇ ਇਹਨਾਂ ਦੀਆਂ? ਹਾਂਜੀ, ਕਰੰਟਲੀ ਸਿਚੁਏਸ਼ਨ ਤਾਂ ਦੇਖੋ ਜੀ ਪਹਿਲਾਂ ਵਾਲੀ ਆ, ਜਿਹੜੀ ਅੱਜ ਤੋਂ 3-4 ਮਹੀਨੇ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਉਹੀ ਹੋਈ ਆ। ਬਸ ਇਹ ਆ ਵੀ ਥੋੜ੍ਹਾ ਜਿਹਾ ਆਪਣੇ ਬ੍ਰਿਟਿਸ਼ ਕੋਲੰਬੀਆ ਜਿਵੇਂ ਕੇਸ ਘਟ ਰਹੇ ਆ, ਥੋੜ੍ਹਾ ਜਿਹਾ ਫਰਕ ਇੰਨਾ ਕੁ ਆਇਆ। ਬਾਕੀ ਜੇ ਨਵਾਂ ਬੱਚਾ ਕੋਈ ਇੱਥੇ ਆ ਰਿਹਾ, ਪਹਿਲੇ ਦਿਨ ਤੋਂ ਉਹਨੂੰ ਜੋਬ ਵਾਲੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਇਸ ਟਾਈਮ 'ਤੇ, ਬਿਕੋਜ਼ ਜੋਬ ਜਿਹੜੇ ਇੱਥੇ ਪਹਿਲਾਂ ਰਹਿ ਰਹੇ ਆ ਪੱਕੇ ਬੰਦੇ 15-15 20-20 ਸਾਲ ਹੋ ਗਏ, ਉਹਨਾਂ ਨੂੰ ਨਹੀਂ ਜੋਬਸ ਮਿਲ ਰਹੀਆਂ ਹੁਣ ਜਿਹੜੇ ਲੇ ਆਫ ਹੋਏ ਆ। ਸੋ ਬਹੁਤ ਜੋਬਸ ਦਾ ਜਿਵੇਂ ਆਪਾਂ ਕਹਿ ਦਈਏ ਵੀ 20 ਤੋਂ 25% ਜਮਾਂ ਜੋਬਸ ਘਟ ਗਈਆਂ। ਸੋ ਜੋਬ ਜਮਾਂ ਨਹੀਂ ਮਿਲ ਰਹੀ ਜਿਹੜੇ ਨਵੇਂ ਆਏ ਆ ਸਟੂਡੈਂਟਸ। ਉਦੋਂ ਬਾਅਦ ਆ ਗਈ ਵਰਕ ਪਰਮਿਟ ਵਾਲੀ ਜਿਹੜੀ ਆਪਾਂ ਗੱਲ ਕੀਤੀ ਹੈ ਵੀ, ਸੋ ਉਹ ਵੀ ਕੰਟੀਨਿਊਇੰਗ ਆ ਹਜੇ ਚੀਜ਼, ਉਹ ਵੀ ਕਿਸੇ ਨੂੰ ਕਲੈਰਿਟੀ ਨਹੀਂ ਹੈਗੀ। ਸੋ ਦੋ ਕਿਤੋਂ ਗੱਲ ਕੋਈ ਸੁਣ ਲੈਂਦੇ ਆ ਬੰਦੇ, ਦੋ ਕੋਈ ਦੱਸ ਦਿੰਦਾ ਵੀ ਇੱਥੇ ਓਕੇ ਆਹ ਕਰਨ ਲੱਗੇ ਆ, ਇਹ ਵਰਕ ਪਰਮਿਟ ਛੇਤੀ ਦੇਣਗੇ, ਇਹ PR ਛੇਤੀ ਦੇਣਗੇ। ਦੋ ਬੰਦੇ ਕਹਿੰਦੇ ਆ ਵੀ ਓਕੇ ਆਹ ਕੋਵਿਡ ਕਰਕੇ ਇਹਨਾਂ ਨੇ PR ਘੱਟ ਕਰਨੇ ਆ। ਸੋ ਕਲੈਰਿਟੀ ਕਿਤੇ ਨਹੀਂ ਹੈਗੀ, ਸਾਰੇ ਕਿਤੇ ਕੋਈ ਕਿਸੇ ਦੀ ਸੁਣ ਕੇ ਗੱਲ, ਕੋਈ ਕਿਸੇ ਦੀ ਸੁਣ ਕੇ ਗੱਲ, ਕੁਐਸਚਨਸ ਆਉਂਦੇ ਆ। ਆਫੀਸ਼ੀਅਲ ਹਜੇ ਕੁਛ ਵੀ ਨਹੀਂ ਅਨਾਊਂਸਮੈਂਟ ਹੋਈ, ਸੋ ਇਸ ਕਰਕੇ ਕੁਐਸਚਨਸ ਰੇਜ਼ ਹੁੰਦੇ ਆ। ਹਜੇ ਸੋਲਿਊਸ਼ਨ ਇਸ ਟਾਈਮ 'ਤੇ ਜਿਵੇਂ ਆਪਾਂ ਦੇਖਦੇ ਹਾਂ, ਜੇ ਕੋਈ ਸੋਲਿਊਸ਼ਨ ਨਹੀਂ ਹਜੇ ਤੱਕ, ਕਲੈਰਿਟੀ ਨਹੀਂ ਹੈਗੀ ਸੋਲਿਊਸ਼ਨ ਦੀ ਹਜੇ ਤੱਕ। ਪੜ੍ਹ ਰਹੇ ਆ ਸਾਰੇ ਹੁਣ, ਉਹ ਘਰੇ ਉਹ ਐਂਗਜ਼ਾਈਟੀ ਵਾਲੀ ਗੱਲ ਜਿਵੇਂ ਕੀਤੀ, ਆਪਾਂ ਮੈਂਟਲ ਹੈਲਥ ਦੀ ਗੱਲ ਕੀਤੀ ਹੈ। ਸੋ ਸਾਰਿਆਂ ਦੀ ਆਨਲਾਈਨ ਸਟੱਡੀ ਹੋ ਗਈ, ਪਿਛਲੇ ਦੂਜਾ ਸਮੈਸਟਰ ਚੱਲ ਪਿਆ ਹੁਣ। ਸਾਰੇ ਬੱਚੇ ਜਿੰਨੇ ਵੀ ਇੱਥੇ ਪੜ੍ਹਦੇ ਸੀ ਉਹ ਸਾਰੇ ਘਰੋਂ ਬਹਿ ਕੇ ਪੜ੍ਹਾਈ ਕਰ ਰਹੇ ਆਪਦੇ। ਸੋ ਕਈਆਂ ਨਾਲ ਮੈਂ ਗੱਲ ਕੀਤੀ ਆਪ ਖੁਦ, ਉਹ ਕਹਿੰਦੇ ਵੀ ਹੁਣ ਬਾਹਰ ਨਹੀਂ ਨਿਕਲਦੇ, ਅਸੀਂ ਜਾਣਾ ਹੀ ਨਹੀਂ ਪੈਂਦਾ ਕਿਉਂਕਿ ਕੰਮ ਬੰਦ ਹੋ ਗਏ, ਸਟੱਡੀ ਆਨਲਾਈਨ ਹੈ। ਸੋ CERB ਜ਼ਰੂਰ ਲੈਂਦੇ ਆ ਗਵਰਨਮੈਂਟ ਦਾ ਬੈਨੀਫਿਟ, ਜਿਹੜੇ ਉਹ ਐਲੀਜੀਬਲ ਹੁੰਦੇ ਆ, ਬਟ ਮੈਂਟਲ ਹੈਲਥ ਉਹਨਾਂ ਦੀ ਬਹੁਤ ਅਫੈਕਟ ਹੋ ਰਹੀ ਹੈ ਉਹ ਚੀਜ਼ ਨੂੰ ਲੈ ਕੇ, ਬਿਕੋਜ਼ ਉਹ ਬਾਹਰ ਨਹੀਂ ਨਿਕਲਦੇ। ਸੋ ਉਹ ਕਿਤੇ ਨਾ ਕਿਤੇ ਉਹ ਪ੍ਰਭਾਵ ਪਾਉਂਦੀ ਆ ਉਹ ਚੀਜ਼ ਉਹਨਾਂ 'ਤੇ। ਜਿਸ ਕਾਰਨ ਜੀ ਤੁਸੀਂ ਥੋੜ੍ਹਾ ਜਿਹਾ ਇਹਨੂੰ ਸਾਨੂੰ ਦੱਸੋਗੇ ਓਵਰਆਲ ਜਿਹੜੀ ਸਾਰੀ ਸਿਚੁਏਸ਼ਨ ਸੀਗੀ, ਇਹਦੇ ਵਿੱਚ ਤੁਸੀਂ ਨੇੜਿਓਂ ਸਾਰਾ ਅਬਜ਼ਰਵ ਕੀਤਾ, ਇਹਦੇ ਉੱਤੇ ਇਮੀਗ੍ਰੇਸ਼ਨ ਦੇ ਲਈ ਖਾਸ ਕਰ ਜਿਹੜੇ ਉੱਥੋਂ ਇੱਥੇ ਆ ਰਹੇ ਆ, ਕੀ ਕੋਈ ਕਲੈਰਿਟੀ ਦੱਸ ਸਕਦੇ? ਜਿਹਦੇ ਨਾਲ ਦੱਸਿਆ ਵੀ ਗੱਲ ਤਾਂ ਕਲੀਅਰ ਕੋਈ ਵੀ ਨਹੀਂ ਅਜੇ ਤੱਕ, ਕੋਈ ਉਹਨਾਂ ਨੂੰ ਆਪਾਂ ਦੱਸ ਸਕਦੇ ਵੀ ਕਦੋਂ ਇਹ ਕਾਲਜ ਖੁੱਲ੍ਹਣੇ ਆ, ਹੁਣ ਕਾਲਜਾਂ ਦੇ ਵਿੱਚ ਪੜ੍ਹਾਈ ਦੀ ਕੀ ਹਾਲਤ ਆ, ਕਦੋਂ ਆ ਸਕਦੇ, ਅਗਲਾ ਪ੍ਰੋਸੈਸ ਕੀ ਹੋਣਾ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੁਣ? ਜੀ,
ਮੈਂ ਕਹੂੰਗਾ ਜਿਵੇਂ ਇਸ ਚੀਜ਼ ਨੂੰ ਇਸ ਮੁੱਦੇ ਨੂੰ ਲੈ ਕੇ ਕਈ ਸਾਨੂੰ ਮੈਸੇजेस ਆਉਂਦੇ ਨੇ ਜਿਨ੍ਹਾਂ ਵਿੱਚ ਡਾਇਰੈਕਟਲੀ ਸਿਰਫ ਤੇ ਸਿਰਫ ਇਹੀ ਪੁੱਛਿਆ ਜਾਂਦਾ ਕਿ ਮੈਂ ਆਪਦਾ ਪਹਿਲਾ ਸਮੈਸਟਰ ਸੀ ਜਿਹੜਾ ਉਹ ਲੰਘ ਗਿਆ, ਮੇਰਾ ਆਨਲਾਈਨ ਸੀਗਾ, ਅਗਲਾ ਕੀ ਮੈਨੂੰ ਅਗਲਾ ਸਮੈਸਟਰ ਵੀ ਆਨਲਾਈਨ ਲਾਉਣਾ ਪਊਗਾ ਜਾਂ ਕੀ ਇਹ ਕਿੰਨਾ ਕੁ ਚਿਰ ਤੱਕ ਚੱਲੂਗਾ, ਕਦੋਂ ਮੁੱਕ ਜਾਣਾ, ਅਗਲੇ ਸਾਲ ਮੁੱਕ ਜੂ ਜਾਂ ਸਤੰਬਰ 'ਚ ਮੁੱਕ ਜੂ, ਕੁਐਸਚਨ ਇਹ ਰੇਜ਼ ਹੁੰਦੇ ਨੇ। ਇਹਦਾ ਸੋਲੂਸ਼ਨ ਸਿਰਫ ਤੇ ਸਿਰਫ ਉਹਨਾਂ ਦੇ ਕਾਲਜ ਤੋਂ ਹੀ ਮਿਲੂਗਾ। ਜਿਹੜਾ ਵੀ ਕੋਈ ਸਟੂਡੈਂਟ ਦੇ ਦਿਮਾਗ ਦੇ ਵਿੱਚ ਕਿਸੇ ਕਿਸਮ ਦਾ ਕੁਐਸਚਨ ਆ ਕਿ ਆਨਲਾਈਨ ਕਲਾਸਾਂ ਕਿਵੇਂ ਲੱਗਣੀਆਂ ਨੇ, ਸਾਰਿਆਂ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਆਪਣੇ ਕਾਲਜ ਨੂੰ ਰਿਪੋਰਟ ਕਰੋ, ਆਪਣੇ ਕਾਲਜ ਨੂੰ ਮਿਲੋ, ਈਮੇਲ ਕਰੋ। ਜੇ ਉਹਨਾਂ ਦੀ ਈਮੇਲ ਦਾ ਜਵਾਬ ਆਊਗਾ ਹੀ ਆਊਗਾ, ਹਰ ਹਾਲਤ ਦੇ ਵਿੱਚ ਆਉਂਦਾ, ਕੁਛ ਨਹੀਂ ਹੁੰਦਾ। ਇੱਕ ਕਈ ਵਾਰੀ ਈਮੇਲ ਨਾ ਕਰਨ ਤੋਂ ਸਟੂਡੈਂਟ ਡਰ ਜਾਂਦੇ ਹੁੰਦੇ ਨੇ ਕਿਉਂਕਿ ਆਪਣੇ ਉੱਥੇ ਪੰਜਾਬ ਦੇ ਵਿੱਚ ਇਹ ਕਲਚਰ ਨਹੀਂ ਹੁੰਦਾ ਕਿ ਈਮੇਲਾਂ ਕਰਨੀਆਂ। ਟੀਚਰ ਨੂੰ ਸਿੱਧਾ ਜਾ ਕੇ ਮਿਲ ਲੈਂਦੇ ਹੁੰਦੇ ਆ, ਪਰ ਈਮੇਲਾਂ ਕਰਕੇ ਗੱਲ ਕਰਨ ਦਾ ਇਹ ਕਲਚਰ ਨਹੀਂ ਹੁੰਦਾ। ਸੋ ਇਹ ਅਪਣਾਉਣਾ ਪੈਣਾ ਕਿਉਂਕਿ ਇਹ ਚੇਂਜ ਆਇਆ, ਕੋਵਿਡ ਕਰਕੇ ਆਇਆ। ਆਪਾਂ ਜੇ ਨਹੀਂ ਅਪਣਾਵਾਂਗੇ ਆਪਾਂ ਪਿੱਛੇ ਰਹਿ ਜਾਵਾਂਗੇ। ਸੋ ਇੱਕ ਤਾਂ ਸਾਰਿਆਂ ਤੋਂ ਪਹਿਲਾਂ ਇਹੀ ਸਲਾਹ ਕਿ ਜੇ ਕਲਾਸਿਸ ਨੂੰ ਲੈ ਕੇ ਜਾਂ ਫਲਾਈਟਾਂ ਚੱਲਣ ਨੂੰ ਲੈ ਕੇ ਕੋਈ ਕਿਸੇ ਕਿਸਮ ਦੀ ਕੋਈ ਸਵਾਲ ਆ ਤਾਂ ਉਹ, ਜੇ ਤਾਂ ਫਲਾਈਟਾਂ ਵਾਲੀ ਆ ਗੱਲ ਤਾਂ ਉਹ ਹੋ ਸਕਦਾ ਸਰਕਾਰ ਨੂੰ ਵੀ ਕਰ ਸਕਦੇ ਨੇ, ਇਮੀਗ੍ਰੇਸ਼ਨ ਨੂੰ ਈਮੇਲ ਕਰ ਸਕਦੇ ਨੇ, ਹੋ ਸਕਦਾ ਉਹਨਾਂ ਨੂੰ ਜਵਾਬ ਮਿਲ ਜਾਵੇ। ਪਰ ਜਿਹੜੀ ਕਾਲਜ ਦੀਆਂ ਕਲਾਸਾਂ ਨੇ ਜਾਂ ਕਾਲਜ ਦੀਆਂ ਪ੍ਰੈਜੈਂਟੇਸ਼ਨਾਂ ਨੇ ਉਹ ਕਿਵੇਂ ਚੱਲਣੀਆਂ ਨੇ, ਉਹ ਸਿੱਧਾ ਉਹਨਾਂ ਨੂੰ ਕਾਲਜ ਦੇ ਆਪਦੇ ਇੰਸਟਰਕਟਰ ਨੂੰ ਈਮੇਲ ਕਰਨ, ਆਪਦੇ ਕਾਲਜ ਕੋਆਰਡੀਨੇਟਰ ਨੂੰ ਈਮੇਲ ਕਰ ਦੇਣ। ਇਹਦੇ ਤੋਂ ਬਗੈਰ ਮੈਂ ਇਹੀ ਕਹੂੰਗਾ ਵੀ ਜਿਹੜਾ ਇੱਥੇ ਵਾਲੀ ਇਮੀਗ੍ਰੇਸ਼ਨ ਦਾ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜਾ ਪੀਰੀਅਡ ਆ ਇਹਨੂੰ ਕੰਪੈਸ਼ਨ ਗਰਾਊਂਡ ਦੇ ਉੱਤੇ ਡੀਲ ਕੀਤਾ ਜਾਵੇ। ਕਿਉਂਕਿ ਕਈ ਵਾਰੀ ਕੀ ਹੁੰਦਾ, ਕਈ ਵਾਰੀ ਸਾਨੂੰ ਇਹੋ ਜਿਹੇ ਮੈਸੇजेस ਆਉਂਦੇ ਨੇ ਜਿਨ੍ਹਾਂ ਵਿੱਚ 3 ਸਾਲਾਂ ਦਾ ਵਰਕ ਪਰਮਿਟ ਸੀਗਾ ਕਿਸੇ ਦਾ, ਉਹਦੇ 'ਚ ਆਲਰੇਡੀ 2 ਸਾਲ ਜਾਂ 2.5 ਸਾਲਾਂ ਦਾ ਨਿਕਲ ਗਿਆ, ਹੁਣ ਉਹਨਾਂ ਦਾ ਰਹਿੰਦਾ ਕਿਤਨਾ ਪਿੱਛੇ 6 ਮਹੀਨਿਆਂ ਦਾ, ਅਤੇ ਇਸ ਟਾਈਮ ਦੌਰਾਨ LMI ਅਪਰੂਵ ਨਹੀਂ ਹੋ ਰਹੀ ਹੈਗੀ, ਉਹਨਾਂ ਦਾ ਐਕਸਪੀਰੀਅੰਸ ਚੱਲ ਰਿਹਾ ਪਰ PNP ਦੇ ਵਿੱਚੋਂ ਐਲੀਮੀਨੇਟ ਕੀਤੀਆਂ ਗਈਆਂ ਨੇ, ਕੁਛ ਜੌਬਾਂ ਨੇ ਜਿਹੜੀਆਂ ਉਹ ਐਲੀਮੀਨੇਟ ਕਰਤੀਆਂ, ਕੁਛ ਸੈਕਟਰ ਐਲੀਮੀਨੇਟ ਕਰਤੇ, ਜਿਵੇਂ ਰਿਟੇਲ ਦੇ ਵਿੱਚੋਂ, ਰੈਸਟੋਰੈਂਟ ਦੇ ਵਿੱਚੋਂ ਉਹ ਐਲੀਮੀਨੇਟ ਕਰਤੇ, ਉਹਨਾਂ ਨੂੰ ਮਤਲਬ ਟੈਂਪਰੇਰੀ ਤੌਰ ਦੇ ਉੱਤੇ, ਹੈ ਨਾ, ਹਾਂਜੀ ਟੈਂਪਰੇਰੀ ਤੌਰ 'ਤੇ ਉਹਨਾਂ ਦੇ ਡਰਾ ਨਹੀਂ ਆ ਰਹੇ ਹੈਗੇ। ਅਤੇ ਜਿਹੜੇ ਦੂਜੇ ਨੇ ਉਹ ਲੋਕ ਲੇ ਆਫ ਹੋਏ ਨੇ। ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਜਿਹੜਾ ਇਹ ਐਕਸਟੈਂਡ ਹੁੰਦਾ ਨਹੀਂ ਅਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਹੁਣ ਅੱਗੇ ਹੋਊਗਾ ਤਾਂ ਕੀ ਹੋਊਗਾ। ਸੋ ਸਰਕਾਰ ਨੂੰ ਚਾਹੀਦਾ ਕਿ ਇਹ ਸਾਰੇ ਪੀਰੀਅਡ ਨੂੰ ਕੰਪੈਸ਼ਨ ਗਰਾਊਂਡ ਦੇ ਉੱਤੇ ਡੀਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਇੱਕ ਚਾਂਸ ਮਿਲੇ ਆਪਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਫਾਈਲ ਕਰਨ। ਸਰਕਾਰ ਨੇ ਬਹੁਤ ਪ੍ਰੋਗਰਾਮ ਜਿਹੜੇ ਸੀਗੇ ਸਰਵ ਦਿੱਤਾ, ਸਟੂਡੈਂਟਸ ਲਈ ਵੀ ਸੀਗਾ, ਬਾਕੀਆਂ ਲਈ ਵੀ ਸੀਗਾ। ਜਿਹੜੇ ਬਿਜ਼ਨਸ ਸੀਗੇ ਉਹਨਾਂ ਨੂੰ ਵੇਜ ਸਬਸਿਡੀ ਦਿੱਤੀ, ਉਹਨਾਂ ਨੂੰ 40,000 50,000 ਦਾ ਲੋਨ ਵੀ ਦਿੱਤਾ। ਕਈ ਕੁਛ ਜਿਹੜੀਆਂ ਮੋਰਗੇਜ ਦੀਆਂ ਪੇਮੈਂਟ ਸੀਗੀਆਂ ਉਹ ਡੈਫਰ ਕਰ ਦਿੱਤੀਆਂ, ਤੁਸੀਂ ਨਾ ਦਿਓ, ਪ੍ਰੋਪਰਟੀ ਟੈਕਸ ਕਹਿ ਦਿੱਤਾ ਤੁਸੀਂ ਨਾ ਦਿਓ। ਸਟੂਡੈਂਟਸ ਦੇ ਲਈ ਜਾਂ ਜਿਹੜੇ ਤੁਹਾਡੇ ਵਰਗੇ ਉਸ ਪ੍ਰੋਸੈਸ 'ਚ ਨੇ, ਵਰਕ ਪਰਮਿਟ 'ਤੇ ਨੇ, PR ਹੋਣ ਦੇ ਵਿੱਚ, ਇਹਨਾਂ ਦੇ ਲਈ ਕੋਈ ਖਾਸ ਸਰਕਾਰ ਨੇ ਮਦਦ ਕੀਤੀ ਜਾਂ ਉਹ ਵੀ ਇਹਦਾ ਹੀ ਹਿੱਸਾ ਸੀਗੇ? ਜੇ ਆਪਾਂ ਓਵਰਆਲ ਕੰਪੇਅਰ ਕਰੀਏ ਜਿਨ੍ਹਾਂ ਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਨੇ, ਆਪਾਂ ਮੇਨਲੀ ਨਾਮ ਲੈ ਸਕਦੇ ਆਸਟ੍ਰੇਲੀਆ ਦਾ, ਇੰਗਲੈਂਡ ਦਾ, ਅਮਰੀਕਾ ਦਾ, ਹੈ ਨਾ, ਕੈਨੇਡਾ ਦਾ, ਉਹਨਾਂ ਸਾਰਿਆਂ ਦੇ ਵਿੱਚੋਂ ਨਿੱਤਰ ਕੇ ਕੈਨੇਡਾ ਬਾਹਰ ਆਇਆ ਜਿਨ੍ਹਾਂ ਨੇ $2,000 ਬਿਨਾਂ ਕਿਸੇ ਦੇ ਸਟੇਟਸ ਨੂੰ ਧਿਆਨ 'ਚ ਰੱਖਦੇ ਹੋਏ, ਜੇ ਤੁਸੀਂ ਉਹ ਐਲੀਜੀਬਿਲਿਟੀ ਦੀ ਸ਼ਰਤਾਂ ਨੂੰ ਪੂਰਾ ਕਰ ਰਹੇ ਹੋ ਤਾਂ ਤੁਹਾਨੂੰ $2,000 ਮਿਲ ਸਕਦਾ। ਅਤੇ ਜੇ ਸਿਰਫ ਤੇ ਸਿਰਫ ਜੇ ਤੁਸੀਂ ਉਹ ਸ਼ਰਤਾਂ ਪੂਰੀਆਂ ਕਰ ਰਹੇ ਹੋ, ਜੋ 3-4 ਸ਼ਰਤਾਂ ਉਹਨਾਂ ਨੇ ਰੱਖੀਆਂ ਸੀਗੀਆਂ। ਸੋ ਉਸ ਹਿਸਾਬ ਨਾਲ ਤਾਂ ਅਸੀਂ ਸਰਕਾਰ ਦਾ ਇਹ ਕਦਮ ਦਾ ਮਤਲਬ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਇੱਥੋਂ ਦੇ ਸਿਟੀਜ਼ਨ ਨਾ ਹੁੰਦੇ ਹੋਏ ਵੀ ਜਿਹੜੀ ਮਾਲੀ ਸਹਾਇਤਾ ਉਹ ਸਟੂਡੈਂਟਾਂ ਨੂੰ ਦਿੱਤੀ ਆ। ਪਰ ਨਾਲ ਹੀ ਨਾਲ ਇਹ ਜ਼ਰੂਰ ਆ, ਜਿਵੇਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕੀਤੀ, ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਠੋਸ ਨਾ ਤਾਂ ਹਜੇ ਤੱਕ ਅਨਾਊਂਸਮੈਂਟ ਆਈ ਆ, ਨਾ ਹੀ ਕੋਈ ਅਜੇ ਤੱਕ ਕੋਈ ਠੋਸ ਬਦਲ ਹੋਇਆ ਜਿਨ੍ਹਾਂ ਦੇ ਨਾਲ ਸਟੂਡੈਂਟਾਂ ਨੂੰ ਡਾਇਰੈਕਟਲੀ ਫਾਇਦਾ ਹੋ ਸਕੇ। ਇਹ ਨਹੀਂ ਹੈ ਕਿ ਉਹਨਾਂ ਨੂੰ ਡਾਇਰੈਕਟਲੀ ਫਾਇਦਾ ਹੋਵੇ, ਪਰ ਕੋਈ ਉਹਦੇ 'ਚ ਸ਼ਰਤਾਂ ਹੋਣ। ਜੋ ਬੰਦਾ ਕੋਵਿਡ ਕਰਕੇ ਜਿਹਦਾ ਟਾਈਮ ਇਫੈਕਟ ਹੋਇਆ, ਉਹਨੂੰ ਸਿਰਫ ਤੇ ਸਿਰਫ ਉਸ ਬੰਦੇ ਨੂੰ ਇਸ ਚੀਜ਼ ਤੋਂ ਕੋਈ ਬੈਨੀਫਿਟ ਮਿਲਣਾ ਚਾਹੀਦਾ। ਸਰਕਾਰ ਨੂੰ ਉਹ ਚੀਜ਼ ਕਰਨੀ ਚਾਹੀਦੀ ਹੈ। ਜੋ ਸਟੂਡੈਂਟ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇਹੋ ਮੈਸੇਜ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ। ਤੁਹਾਡੀ ਸਿਹਤ ਤੋਂ ਬਿਨਾਂ ਹੋਰ ਕੁਛ ਨਹੀਂ ਹੈਗਾ, ਕੋਈ ਕਿਤੇ ਕੁਛ ਨਹੀਂ ਜਾਣ ਲੱਗਿਆ ਹੈਗਾ। ਕਾਹਲੀ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜਿੰਨਾ ਚਿਰ ਤੱਕ ਸਾਰਾ ਕੁਛ ਨਹੀਂ ਠੱਲ ਪੈਂਦੀ ਹੈਗੀ ਉਹਨਾਂ ਚਿਰ ਤੱਕ ਉੱਥੇ ਰਹੋ। ਜੇ ਕਿਸੇ ਕਿਸਮ ਦੀ ਤੁਹਾਨੂੰ ਕੋਈ ਕੁਐਸਚਨ ਆ, ਕੋਈ ਕੁਐਰੀ ਆ, ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ, ਸਾਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ, ਜਾਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@teamvkr.ca ਦੇ ਉੱਤੇ। ਸਾਡਾ ਇੰਸਟਾਗ੍ਰਾਮ ਹੈਂਡਲ ਵੀ ਟੀਮ ਵੀਕੇਅਰ ਆ ਅਤੇ ਜਿਹੜਾ ਫੇਸਬੁੱਕ ਗਰੁੱਪ ਆ ਉਹਦਾ ਨਾਮ ਵੀ ਟੀਮ ਵੀਕੇਅਰ ਆ। ਅਤੇ ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਕਿਸੇ ਦੇ ਮਾਪੇ ਨੂੰ ਕੋਈ ਚਿੰਤਾ ਸਾਨੂੰ ਪੁੱਛ ਸਕਦਾ, ਅਸੀਂ ਉਹਨਾਂ ਨੂੰ ਆਪਦਾ ਜਿੰਨੀ ਕੁ ਜਾਣਕਾਰੀ ਆ ਜਾਂ ਕਿਤੋਂ ਹੋਰ ਜਾਣਕਾਰੀ ਲੈ ਕੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ। ਅਰਵਿੰਦਰ ਜੀ, ਮੈਂ ਚਾਹੁੰਦਾ ਕਿ ਇਸ ਗੱਲ ਨੂੰ ਤੁਸੀਂ ਸਾਰੀ ਨੂੰ ਕਨਕਲੂਡ ਕਰੋ। ਜਿਹੜੀਆਂ ਕੁਛ ਕੁ ਇਹ ਸਮੱਸਿਆਵਾਂ ਬਾਰੇ ਅਸੀਂ ਗੱਲਬਾਤ ਕੀਤੀ, ਇਹਦੇ ਵਿੱਚ ਬਹੁਤ ਵੱਡਾ ਮੁੱਦਾ ਸੀ ਜਿਹੜੀ ਕਮਿਊਨਿਟੀ ਹੈ ਇੱਥੇ ਦੀ, ਜਾਂ ਉਹਨਾਂ ਦਾ ਰਿਸਪੌਂਸ ਕਿੱਦਾਂ ਦਾ ਰਿਹਾ, ਰਿਐਕਸ਼ਨ ਕੀ ਰਿਹਾ, ਜਾਂ ਇਹਨਾਂ ਦੇ ਲਈ ਕੋਈ
ਖਾਸ ਮਦਦ ਜਾਂ ਇਹ ਜਿਹੜੀ ਤੁਸੀਂ ਇਹਨੂੰ ਜਿਹੜੀ ਇੱਕ ਲਾਈਨ ਜੀ ਹੈ ਇਹਨੂੰ ਤੋੜਿਆ ਤੁਸੀਂ, ਇਹ 'ਚ ਕਿੰਨਾ ਕੁ ਸਫਲ ਹੋਏ? ਮੈਨੂੰ ਲੱਗਦਾ ਕਿ ਜਿਹੜਾ ਕਮਿਊਨਿਟੀ ਦਾ ਓਵਰਆਲ ਜੇ ਅਸੀਂ ਕਹੀਏ ਤਾਂ ਕਮਿਊਨਿਟੀ ਦਾ ਸਟੂਡੈਂਟਸ ਕਮਿਊਨਿਟੀ ਤੋਂ ਬਾਹਰ ਨਹੀਂ ਹੈਗੇ, ਮਤਲਬ ਅਸੀਂ ਕਹੀਏ ਹੈ ਨਾ, ਕਿਉਂਕਿ ਐਂਡ ਇਹਨਾਂ ਦੋਵਾਂ ਦੀ ਆਪਸ ਇੰਟਰਡਿਪੈਂਡੈਂਸ ਹੈ ਨਾ ਜੀ। ਇੱਥੇ ਬਹੁਤ ਸਾਰੇ ਘਰਾਂ ਦੇ ਵਿੱਚ ਸਟੂਡੈਂਟਸ ਰਹਿ ਰਹੇ ਨੇ, ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਇੱਥੇ ਦੀ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲੈ ਕੇ ਆਉਂਦੇ ਨੇ, ਜਿਹਦੇ ਕਰਕੇ ਸਾਰੇ ਟੈਕਸ ਪੇਅਰਸ ਨੂੰ ਬੈਨੀਫਿਟ ਹੋ ਰਿਹਾ। ਹੁਣ ਵੀ ਜਿਵੇਂ ਅਮਰੀਨ ਨੇ ਪਹਿਲਾਂ ਗੱਲ ਕੀਤੀ, ਜਦੋਂ ਕੋਵਿਡ-19 ਹਿੱਟ ਹੋਇਆ ਉਸ ਤੋਂ ਬਾਅਦ ਜਦੋਂ ਜਿਹੜੇ ਫਰੰਟ ਲਾਈਨ 'ਤੇ ਵਰਕਰ ਕੰਮ ਕਰ ਰਹੇ ਸੀਗੇ, ਜਿਨ੍ਹਾਂ ਦੇ ਵਿੱਚ ਗਰੋਸਰੀ ਸਟੋਰਸ ਦੇ ਉੱਤੇ ਕੰਮ ਸੀਗਾ, ਉਹ ਸਾਰਾ ਜਿਹੜੇ ਰਿਸਕ ਵਾਲੇ ਕੰਮ ਸੀਗੇ ਉਹਦੇ ਵਿੱਚ ਲਾਰਜ ਮੈਜੋਰਿਟੀ ਆਫ ਸਟੂਡੈਂਟ ਸੀਗੇ ਜਿਹੜੇ ਉਸ ਕੰਮਾਂ 'ਚ ਇੰਪਲੋਇਡ ਸੀਗੇ। ਤਾਂ ਓਬਵੀਅਸਲੀ ਗਵਰਨਮੈਂਟ ਦਾ ਵੀ ਜਿਹੜਾ ਕੰਮ ਸੀਗਾ ਕਿ ਗਵਰਨਮੈਂਟ ਨੇ ਜਿਹੜੀ ਫਾਈਨੈਂਸ਼ੀਅਲ ਮਦਦ ਸੀਗੀ ਇਰਰਿਸਪੈਕਟਿਵ ਆਫ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਮੁਹੱਈਆ ਕਰਵਾਈ। ਸੋ ਮੈਨੂੰ ਲੱਗਦਾ ਕਿ ਇਹ ਸਾਰੀ ਇੰਟਰਡਿਪੈਂਡੈਂਸ ਜਿਹੜੀ ਹੈਗੀ ਆ ਸਟੂਡੈਂਟਸ ਦੀ, ਕੈਨੇਡਾ ਦੇ ਸਟੂਡੈਂਟਸ ਦੀ, ਇਹ ਹੈਗੀ ਆ। ਐਂਡ ਜਿਹੜੇ ਸਟੂਡੈਂਟਸ, ਅਸੀਂ ਇਸੇ ਸੋਚ ਨਾਲ ਤੁਰੇ ਸੀਗੇ ਕਿ ਸਟੂਡੈਂਟਸ ਇੱਥੇ ਦੇ ਕੱਲ੍ਹ ਦੇ ਸਿਟੀਜ਼ਨਸ ਨੇ, ਸਟੂਡੈਂਟਸ ਨੇ, ਮੈਜੋਰਿਟੀ ਆਫ ਦ ਸਟੂਡੈਂਟਸ ਨੇ ਇੱਥੇ ਸੈਟਲ ਹੋਣਾ। ਸੋ ਇੱਕ ਇੱਦਾਂ ਦੀ ਆਰਗੇਨਾਈਜੇਸ਼ਨ ਬਣੇ, ਕਿ ਇੱਦਾਂ ਦਾ ਸਪੋਰਟ ਸਿਸਟਮ ਬਣੇ, ਇੱਦਾਂ ਦਾ ਗਰੁੱਪ ਬਣੇ ਜਿਹੜਾ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਐਬਿਲਿਟੀਜ਼ ਨੇ ਉਹ 'ਚੋਂ ਜੋ ਬੈਸਟ ਉਹ ਕਰ ਸਕਦੇ ਨੇ, ਹੈ ਨਾ, ਅਸੀਂ ਉਹ ਕਰਵਾਉਣ ਦੇ ਲਈ ਉਹ ਸਪੋਰਟ ਮੁਹੱਈਆ ਕਰਵਾਈਏ। ਜਿਹੜੀ ਕਮਿਊਨਿਟੀ ਦੇ ਵਿੱਚ ਕਦੀ ਕਦਾਈ ਵਨਸ ਇਨ ਅ ਵਾਈਲ ਕੋਈ ਮੁੱਦੇ ਉੱਠਦੇ ਰਹਿੰਦੇ ਨੇ, ਉਹ ਕਿਸੇ ਵੀ ਕਮਿਊਨਿਟੀ ਦੇ ਵਿੱਚ ਹੁੰਦਾ, ਕਿਤੇ ਕੋਈ ਲੜਾਈ ਝਗੜੇ ਦਾ ਮੁੱਦਾ ਹੋ ਗਿਆ ਜਾਂ ਕੋਈ ਪਰਟੀਕੂਲਰ ਕੌਨਫਲਿਕਟ ਹੋ ਗਿਆ। ਪਰ ਮੈਨੂੰ ਲੱਗਦਾ ਜਿਹੜਾ ਸਭ ਤੋਂ ਜਿਹੜਾ ਮੇਨ ਸਾਡੀ ਇਹ ਆਰਗੇਨਾਈਜੇਸ਼ਨ ਤੇ ਹੋਰ ਵੀ ਆਰਗੇਨਾਈਜੇਸ਼ਨ ਤੇ ਇੱਕ ਦੋ ਸ਼ੁਰੂ ਹੋਈਆਂ ਨੇ, ਉਹਦਾ ਜਿਹੜਾ ਫਰਕ ਪਿਆ ਆ ਉਹ ਇਹ ਪਿਆ ਕਿ ਉਹ ਕਹਿੰਦੇ ਜਿਵੇਂ ਕਹਿੰਦੇ ਕਿ ਕੁਝ ਕਹੀਏ ਕੁਝ ਸੁਣੀਏ, ਹੈ ਨਾ। ਸੋ ਉਹਦੇ ਨਾਲ ਡਾਇਲੋਗ ਸ਼ੁਰੂ ਹੋਏ ਨੇ। ਅਸੀਂ ਹੋਰ ਵੀ ਇੱਦਾਂ ਦੇ ਜਿਹੜੇ ਗਰੁੱਪ ਸ਼ੁਰੂ ਕੀਤੇ, ਜਿਵੇਂ ਇੱਕ ਅਸੀਂ ਬੈਠਕ ਨਾਂ ਦਾ ਇਵੈਂਟ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਹਰੇਕ 2 ਵੀਕਾਂ ਬਾਅਦ ਮਿਲਦੇ ਹੁੰਦੇ ਸੀ। ਸਟੂਡੈਂਟਸ ਨੂੰ ਵੱਖਰੇ ਵੱਖਰੇ ਇਸ਼ੂਜ਼ ਨੇ, ਦੇ ਕੈਨ ਕਮ ਐਂਡ ਟਾਕ। ਇੱਕ ਸਾਂਝ ਕਰਕੇ ਅਸੀਂ ਐਵਰੀ ਸੰਡੇ ਇੱਕ ਗਰੁੱਪ ਸ਼ੁਰੂ ਕੀਤਾ ਸੀਗਾ, ਹੁਣ ਵੀ ਅਸੀਂ ਆਨਲਾਈਨ ਕਰਦੇ ਹਾਂ, ਜਿਹਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਮੈਂਟਲ ਹੈਲਥ ਤੇ ਦੂਸਰਾ ਮਤਲਬ ਗਰੋਥ ਦੇ ਮਾਮਲੇ ਵਿੱਚ, ਫਿਲਾਸਫੀ ਦੇ ਮਾਮਲੇ ਵਿੱਚ, ਗੁਰੂ ਨਾਨਕ ਸਾਹਿਬ ਦੀ ਸੇਧ ਦੇ ਨਾਲ ਕਿਵੇਂ ਅੱਗੇ ਤੁਰਨਾ, ਲਾਈਫ ਦੇ ਡਿਸੀਜਨਸ ਕਿੱਦਾਂ ਲੈਣੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਐਕਸਪਲੋਰ ਕਰਨ ਦਾ ਜਿਹੜਾ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਸੋ ਕਮਿਊਨਿਟੀ ਦਾ ਓਵਰਆਲ ਜਿਹੜਾ ਮੈਨੂੰ ਲੱਗਦਾ ਰਿਸਪੌਂਸ ਉਹ ਹੌਲੀ ਚੇਂਜ ਹੋ ਰਿਹਾ, ਅਤੇ ਜਿਹੜਾ ਸਟੂਡੈਂਟਸ ਜਿਹੜੇ ਨੇ ਕਮਿਊਨਿਟੀ ਦਾ ਹੀ ਪਾਰਟ ਨੇ, ਕਮਿਊਨਿਟੀ ਦਾ ਫਿਊਚਰ ਨੇ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਇੰਟਰਡਿਪੈਂਡੈਂਸ ਆ, ਇਹ ਇੰਟਰਡਿਪੈਂਡੈਂਸ ਵੀ ਹੈਗੀ ਹੈ, ਨਾਲ ਦੀ ਨਾਲ ਦੋਵਾਂ ਸਾਈਡਾਂ ਦੀ ਰਿਸਪੌਂਸਿਬਿਲਿਟੀਜ਼ ਵੀ ਹੈਗੀਆਂ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਟੂਡੈਂਟਸ ਜਿਹੜੇ ਨੇ ਉਹ ਇੱਕ ਕੱਲ੍ਹ ਦੇ ਰਿਸਪੌਂਸੀਬਲ ਸ਼ਹਿਰੀ ਬਣ, ਅਤੇ ਅਸੀਂ ਇਹਦੇ ਲਈ ਜਿਹੜੀ ਵੀ ਸਪੋਰਟ ਮੁਹੱਈਆ ਕਰਵਾ ਸਕਦੇ ਹਾਂ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਵਾਰੀ ਫਿਰ ਆਪਾਂ ਕੰਟੈਕਟ ਕਿੱਥੇ ਜਿਹੜੇ ਖਾਸ ਕਰ ਲੋਕ ਬੱਚੇ ਕੰਟੈਕਟ ਕਰ ਸਕਦੇ ਆ ਤੇ ਜੀ। ਕਿੱਦਾਂ ਦੇ ਕੁਐਸਚਨ ਬਣਾਉਣੇ? ਜੀ, ਸਾਨੂੰ ਜਿਵੇਂ ਕਿ ਜਿਸ ਕਰਨੇ ਪਹਿਲਾਂ ਕਿਹਾ, ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਪੇਜ ਟੀਮ ਵੀ ਕੇਅਰ ਜਾਂ ਸਾਡੇ ਫੇਸਬੁੱਕ ਗਰੁੱਪ ਟੀਮ ਵੀ ਕੇਅਰ ਜਾਂ ਸਾਡੀ ਈਮੇਲ info@teamvcare 'ਤੇ ਈਮੇਲ ਕਰ ਸਕਦੇ ਆ। ਸਾਨੂੰ ਹਰੇਕ ਤਰ੍ਹਾਂ ਦੇ ਕੁਐਸਚਨ ਆਉਂਦੇ ਆ, ਜਿਵੇਂ ਕਿਸੇ ਨੇ ਜੌਬ ਲੱਭਣੀ ਹੋਵੇ, ਜਿੱਦਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਅਸੀਂ ਜਿਹੜੀ ਸ਼ੁਰੂਆਤ 2 ਚੀਜ਼ਾਂ ਤੋਂ ਜੇ ਸ਼ੁਰੂ ਕੀਤੀ ਸੀਗੀ, ਉਹ ਸੀਗੀ ਅਕਮੋਡੇਸ਼ਨ ਜਿਹੜੀ ਅਸੀਂ ਕਰਾਊਡ ਸੋਰਸ ਕਰਦੇ ਸੀਗੇ, ਅਤੇ ਜੌਬ ਲੱਭਣ ਦੇ ਵਿੱਚ ਸਹਾਇਤਾ। ਪਰ ਇਹਦੇ ਨਾਲ ਅਸੀਂ ਕਹਿੰਦੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਟੂਡੈਂਟ ਨੂੰ ਕੋਈ ਹੈਲਪ ਦੀ ਲੋੜ ਹੈਗੀ ਆ, ਜਿਵੇਂ ਫੂਡ ਡਰਾਈਵਸ ਅਸੀਂ ਇੱਕੋ ਦਮ ਇਸ ਕਰਕੇ ਸ਼ੁਰੂ ਕੀਤੀ ਕਿਉਂਕਿ ਤਾਂ ਸਾਨੂੰ 1-2 ਸਟੂਡੈਂਟਸ ਕੋਲੋਂ ਇਹ ਮੈਸੇਜ ਆਇਆ ਕਿ ਉਹਨਾਂ ਕੋਲ ਜੌਬ ਵੀ ਨਹੀਂ ਹੈਗੀਆਂ, ਨਵੇਂ ਇੱਥੇ ਆ ਕੇ ਸੈਟਲ ਹੋਏ ਨੇ, ਐਂਡ ਦੇ ਡੋਂਟ ਹੈਵ ਦ ਰਿਸੋਰਸਿਸ। ਸੋ ਅਸੀਂ ਆਪ ਪੂਲ ਮਨੀ ਇਕੱਠੀ ਕੀਤੀ ਅਤੇ ਅਸੀਂ ਚੱਕ ਕੇ ਗਰੋਸਰੀਜ਼ ਡਿਲੀਵਰ ਕਰਨ ਲੱਗ ਪਏ। ਖਾਸ ਕਰਕੇ ਉਹਨਾਂ ਜਗ੍ਹਾ ਦੇ ਵਿੱਚ, ਕਿਉਂਕਿ ਸਰੀ ਦੇ ਵਿੱਚ ਵੀ ਅਸੀਂ ਗਰੋਸਰੀਜ਼ ਡਿਲੀਵਰ ਕੀਤੀਆਂ, ਪਰ ਸਰੀ ਦੇ ਵਿੱਚ ਹੋਰ ਵੀ ਗਰੁੱਪ ਹੈਗੇ ਸੀ, ਗੁਰਦੁਆਰੇ ਹੈਗੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੱਥੇ ਕੰਮ ਕੀਤਾ। ਪਰ ਸਟੂਡੈਂਟਸ ਆਲ ਓਵਰ ਕੈਨੇਡਾ ਨੇ, ਕਈ ਇੱਦਾਂ ਦੇ ਵੀ। ਹੁਣ ਨਾਇਗਰਾ ਦੇ ਵਿੱਚ ਜਿਵੇਂ ਸੀਗੇ, ਜਿੱਥੇ ਏਡੇ ਵੱਡੇ ਗਰੁੱਪ ਵੀ ਹੈ ਨਹੀਂ ਸੀਗੇ, ਸਪੋਰਟ ਗਰੁੱਪ ਵੀ ਹੈ ਨਹੀਂ ਸੀਗੇ, ਅਤੇ ਪਰ ਉੱਥੇ ਸਟੂਡੈਂਟ ਸੀਗੇ, ਸੋ ਅਸੀਂ ਉੱਥੇ ਵੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਸੋ ਅਸੀਂ ਇਹ ਕਹਿੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੋਵੇ, ਕਿਸੇ ਤਰ੍ਹਾਂ ਦੀ ਐਂਗਜ਼ਾਇਟੀ ਹੋਵੇ, ਜਿਹੜੇ ਉੱਥੋਂ ਬੱਚੇ ਆ ਰਹੇ ਨੇ, ਅਸੀਂ ਇਹ ਚਾਹੁੰਦੇ ਕਿ ਜਿਹੜੇ ਉੱਥੋਂ ਬੱਚੇ ਆਉਣ ਉਹ ਬਿਲਕੁਲ ਇਨਫੋਰਮਡ ਆਉਣ। ਉਹ ਚੰਗੇ ਏਜੰਟ ਵੀ ਹੈਗੇ ਨੇ, ਮਾੜੇ ਏਜੰਟ ਵੀ ਹੈਗੇ ਨੇ। ਏਜੰਟਾਂ ਦੇ ਧੱਕੇ ਚੜ੍ਹ ਕੇ ਸਿਰਫ ਕਾਲਜ, ਕਿਸੇ ਵੀ ਕਾਲਜ ਮਾੜੇ ਮੋਟੇ ਡਿਪਲੋਮੇ 'ਚ ਐਡਮਿਸ਼ਨ ਲੈ ਕੇ ਅਤੇ ਉਸ ਚੱਕਰ 'ਚ ਨਾ ਫਸੇ ਰਹਿਣ, ਕਿਉਂਕਿ ਉਹਨਾਂ ਨੇ ਸਿਰਫ ਇਸ ਜਗ੍ਹਾ 'ਤੇ ਆਉਣਾ ਨਹੀਂ ਹੈਗਾ, ਉਹਨਾਂ ਨੇ ਕੱਲ੍ਹ ਨੂੰ ਇੱਥੇ ਕਰੀਅਰ ਬਿਲਡ ਕਰਨੇ ਨੇ, ਅਤੇ ਉਦੋਂ ਦੀ ਪ੍ਰੈਪਰੇਸ਼ਨ ਨਾ ਕੀਤੀ ਹੋਈ ਆ, ਉਦੋਂ ਦੇ ਲਏ ਹੋਏ ਗਲਤ ਡਿਸੀਜਨ ਮੁੜ ਕੇ ਉਹਨਾਂ ਨੂੰ ਕਈ ਸਾਲ ਜਿਹੜੇ ਆ ਫਿਰ ਉਹਨਾਂ ਨੂੰ ਪੇ ਕਰਨਾ ਪੈਂਦਾ। ਜੀ ਜੀ ਦੋਸਤੋ, ਇਹ ਸਾਰੀ ਟੀਮ ਵੀ ਕੇਅਰ ਦਾ ਜਿਹੜੀ ਸਾਡੇ ਨਾਲ ਅੱਜ ਜਿਨ੍ਹਾਂ ਦੀ ਗੱਲਾਂ ਬਾਤਾਂ ਕੀਤੀਆਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ। ਔਰ ਖਾਸ ਕਰ ਜਿਹੜੇ ਪੰਜਾਬ ਤੋਂ ਵਿਦਿਆਰਥੀ ਆਉਣਾ ਚਾਹੁੰਦੇ ਨੇ, ਕੋਈ ਤੁਹਾਡਾ ਕੁਐਸਚਨ ਆ, ਕੋਈ ਤੁਹਾਨੂੰ ਹੈਲਪ ਦੀ ਲੋੜ ਆ,
ਟੀਮ ਵੀ ਕੇਅਰ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਤੁਹਾਡੀ ਬਿਨਾਂ ਕਿਸੇ ਸਵਾਰਥ ਤੇ ਮਦਦ ਕਰਨ ਲਈ ਤਿਆਰ ਆ। ਬਹੁਤ ਸਾਰੇ ਲੋਕਾਂ ਦੀ ਇਹ ਮਦਦ ਵੀ ਕਰਦੇ ਆ ਔਰ ਬਹੁਤ ਚੰਗੇ ਡਾਇਲਾਗ ਸਿਰਫ ਸਟੂਡੈਂਟਸ ਦੇ ਹੀ ਨਹੀਂ, ਸਾਰਿਆਂ ਦੇ ਆਪਸ ਦੇ ਵਿੱਚ ਇਹ ਕਰਵਾਉਂਦੇ ਨੇ। ਬਹੁਤ ਸਾਰੇ ਇਹਨਾਂ ਦੇ ਵਿੱਚੋਂ ਇਸ ਵੇਲੇ ਪੱਕੇ ਹੋ ਚੁੱਕੇ ਆ, ਬਹੁਤ ਸਾਰੇ ਜਿਹੜੇ ਉਸ ਪ੍ਰੋਸੈਸ ਦੇ ਵਿੱਚ ਨੇ। ਸੋ ਅੱਜ ਅਸੀਂ ਇੱਕ ਸਾਡਾ ਉਹ ਪੱਖ, ਉਹ ਆਸਪੈਕਟ, ਇੰਟਰਨੈਸ਼ਨਲ ਸਟੂਡੈਂਟਸ ਦੀ ਕੋਵਿਡ-19 ਦੇ ਵਿੱਚ ਕੀ ਹਾਲਤ ਸੀ, ਕੀ ਪ੍ਰਭਾਵ ਪਿਆ, ਕੀ ਇਹਨਾਂ ਦਾ ਫਿਊਚਰ ਆ ਖਾਸ ਕਰ ਪੰਜਾਬ ਤੋਂ ਆਉਣ ਵਾਲਿਆਂ ਦਾ, ਉਹਦੇ ਬਾਰੇ ਇਹਨਾਂ ਦੇ ਨਾਲ ਗੱਲਬਾਤ ਕੀਤੀ। ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।